गुरु जी का खालसा वाहिगुरु जी की फतेह। गुरु चरना विच बड़े ही अदब अते सत्कार सहित शाम के दीवाना में आप जी जुड़ बैठे हो। सत्संग दियां शुभ घड़ियां सतगुरां दी दया नाल प्राप्त होईयां ने। आओ इन्हां नूं सफलियां बनाइए। गुर इतिहास जी दे पावन प्रसंगां दे विचों आप जी ने सरवण कीता। धन धन साहिब श्री गुरु नानक देव जी महाराज सुमेर पर्वत ते सिद्धां दे नाल विचार गोष्ठी कर रहे ने। हंकार विच भरे सिद्धां ने करामात विखाई। सतगुरां ने चरनां दी खड़ाम दे नाल सब दियां वस्तुआं पूंजे ला दित्तियां। इस तो बाद कूरम अते धूरम दो सिद्ध आए ने। गुरु नानक साहिब जी दे पासों पुछदे ने, बाबा मन कित्थे वसदा है? अंतरीब विचारा होईयां। आखिरकार सतगुरां दे बचनां नूं सुन के झुक गए ने। सिद्धां दे विचों सिद्ध खिंथड़ा ये भी सतगुरां दे नाल चर्चा करदा है। जिस चर्चा विच झुक गया है, इन्हां सारे प्रकरणां नूं आप जी ने विस्तार सहित सरवण कीता है। आओ गुरमत ज्ञान जो गुरु पातशाह बख्शिश कर रहे हैं, की चोज वरताउंदे ने। कुछ समा मन चित बिरतियां नूं एकाग्र चित बनाइए। बख्शो आसीस गज वज के आखो जी सतनाम श्री वाहिगुरु साहिब जी। सतनाम श्री शब्द धुन चेला है सुरत तेह धाम सुखदाई तुरी पदवी परमानिया। जगत गुरु गुरु नानक साहिब जियां नूं सिद्धां ने सवाल कीता, बाबा किरपा करके ये दसो तुहाडा गुरु कौन है? किहदे चेले? मुस्कुरा के सतगुर कहंदे शब्द गुरु सुरत तो चेला। असी शब्द नूं अपना गुरु मन्निया है ते साडी सुरत सेवक है, चेला है। जिवें गुरु ते चेले दा रिश्ता है, सुरत दा सीधा सीधा रिश्ता शब्द नाल है। सुरत विच केवल शब्द समा सकदा है, कोई होर चीज नहीं, कोई होर पदार्थ नहीं। मर्द कहंदे मन राजा है, शरीर विच वास करदा है। इस मन दे पिछे इहदे सैनापति चलदे आ काम क्रोध लोभ मोह हंकार। जदों कूरम ते धूरम ने बचनां नूं सुनिया बड़े आश्चर्य होए ते अंदर दे विग्यान नूं जाणदे आ। असीं ते केवल जोग मत द्वारा दसम द्वार नूं ही जाणे। इह तों अगे पता नहीं की हुंदा है, किहड़ी घाटी है। पर गुरु नानक पातशाह जी आखदे आ असीं ते शब्द द्वारा अपनी सुरत नूं सदा जोड़ के रखदे आ। ज्ञान होए आवे माया मोह टूट जावे तब। भाई जिस वेले ज्ञान हो जाता है अंतरीब हिरदे नूं
ਸਤਿਗੁਰੂ ਕਹਿੰਦੇ ਮਾਇਆ ਦਾ ਮੋਹ ਟੁੱਟ ਜਾਂਦਾ ਹੈ। ਅਸੀਂ ਸਾਰੇ ਤੁਰੇ ਫਿਰਦੇ ਹਾਂ ਮਾਇਆ ਦੇ ਮੋਹ ਤੋਂ ਦੁਖੀ ਹਾਂ, ਦੁਖੀ ਵੀ ਹਾਂ, ਸਰਦਾ ਵੀ ਸਾਡਾ। ਕਿਉਂ? ਕਿਉਂਕਿ ਅੰਤਰੀਵ ਗਿਆਨ ਨਹੀਂ। ਬਾਹਰ ਦਾ ਗਿਆਨ ਸਾਡੇ ਕੋਲ ਬੜਾ ਹੈ, ਉਹ ਗਿਆਨ ਕੰਮ ਨਹੀਂ ਕਰਦਾ। ਪਰ ਅੰਦਰ ਦਾ ਗਿਆਨ ਜਦੋਂ ਸਤਿਗੁਰੂ ਕਹਿੰਦੇ ਕੋਲੇ ਆ ਜਾਂਦਾ ਹੈ, ਗਿਆਨ ਦੀ ਰੌਸ਼ਨੀ ਦੇ ਵਿੱਚ ਅਗਿਆਨਤਾ ਦਾ ਹਨੇਰਾ ਦੂਰ ਹੋ ਜਾਂਦਾ ਹੈ। ਜਦੋਂ ਅਗਿਆਨਤਾ ਦਾ ਹਨੇਰਾ ਕੱਟਿਆ ਗਿਆ, ਅੰਦਰ ਸਮਝ ਆ ਜਾਂਦੀ ਹੈ ਵੀ ਇਹ ਮਾਇਆ ਵੀ ਨਾ ਤ੍ਰਿਗੁਣਾ ਦੇ ਭੇਦ ਕਰਕੇ ਵਰਤ ਰਹੀ ਹੈ, ਰੱਬ ਦੀ ਵਰਤਾਈ ਹੋਈ ਹੈ, ਤਾਂ ਅਸੀਂ ਮੋਏ ਹੋਏ ਹਾਂ। ਮਨੁੱਖ ਇਸੇ ਕਰਕੇ ਚਾਹ ਕੇ ਵੀ ਮਾਇਆ ਦੇ ਪਦਾਰਥਾਂ ਤੋਂ ਦੂਰ ਨਹੀਂ ਹੋ ਸਕਦਾ, ਕਿਉਂਕਿ ਇਹਦੀ ਚੇਟਕ ਬੜੀ ਮਾੜੀ ਹੈ, ਇਹਦੀ ਖਿੱਚ ਬੜੀ ਕਾਰਗਰ ਹੈ। ਪਰ ਜਦੋਂ ਅੰਦਰ ਸ਼ਬਦ ਦਾ ਪ੍ਰਕਾਸ਼ ਹੋ ਜੇ, ਅੰਦਰ ਗਿਆਨ ਦਾ ਚਾਨਣ ਹੋ ਜਾਏ, ਗੁਰੂ ਨਾਨਕ ਸਾਹਿਬ ਆਖਦੇ ਸਿੱਧੋ ਫਿਰ ਇਹ ਮਾਇਆ ਦਾ ਮੋਹ ਛੁੱਟ ਜਾਂਦਾ ਏ। ਤੁਸੀਂ ਸਿੱਧ ਬਣ ਕੇ ਵੀ, ਤਰੱਕੀਆਂ ਕਰਕੇ ਵੀ ਮਾਇਆ ਦੇ ਪਸਾਰੇ 'ਚ ਫਸੇ ਫਿਰਦੇ, ਕਰਾਂ ਮਾਤਾਂ ਦਾ ਜੋਰ ਅਜਮਾਉਂਦੇ ਹੋ। ਦੇਵੋ ਸੀਖ ਸਿੱਧਨ ਸੋ ਭਿੰਨ ਪਹਿਚਾਨੀਏ। ਪਾਤਸ਼ਾਹ ਕਹਿੰਦੇ ਭਿੰਨ ਹੋ ਕੇ ਅੰਦਰ ਨੂੰ ਸਿੱਧ ਕਰ ਲਓ। ਸਰੀਰ ਦੀ ਸਿੱਧੀ ਕਿਸੇ ਕੰਮ ਨਹੀਂ ਆਉਣੀ ਜੇ ਮਨ ਸਿੱਧਾ ਨਾ ਹੋਇਆ। ਆਖੋ ਸਤਿਨਾਮ। ਬਾਹਰੋਂ ਸਰਲ ਸੁਭਾਅ ਚੱਕੀ ਫਿਰੋ ਜੀ, ਮੈਂ ਮਿੱਠਾ ਬੋਲਣਾ, ਪਰ ਮਨ ਵਿੱਚ 100 ਕਪਟ ਹੈ, ਰੱਸੀ ਵਾਂਗੂ ਵੱਟ ਨੇ। ਜਦੋਂ ਤੱਕ ਮਨ ਕਪਟੀ ਹੈ, ਮਨ ਵੱਟ ਚੜ੍ਹਦਾ ਏ, ਉਦੋਂ ਤੱਕ ਬਾਹਰ ਦੇ ਸਿੱਧੇ ਹੋਣਾ, ਬਾਹਰੋਂ ਮਿੱਠਾ ਬੋਲਣਾ, ਬਾਹਰੋਂ ਨਿਮਰਤਾ ਵਿਖਾਉਣੀ ਇੱਕ ਪੱਜ ਹੈ, ਇੱਕ ਪਾਜ ਹੈ, ਇੱਕ ਡਰਾਮਾ ਹੈ, ਇੱਕ ਡੰਬ ਹੈ। ਗੁਰੂ ਨਾਨਕ ਸਾਹਿਬ ਕਹਿੰਦੇ ਮਨ ਕਰਕੇ ਸਿੱਧ ਹੋ ਜਾਓ। ਜਿਨ੍ਹਾਂ ਨੇ ਮਨ ਦੀ ਸਿੱਧੀ ਪਾਈ ਉਹ ਸਿੱਧ ਮਹਾਨ ਹੋਏ ਨੇ। ਰਵਈਆ ਢੰਗਰ ਪੂਛਤ ਸ੍ਰੀ ਗੁਰੂ ਸੋ, ਤੁਝ ਕੌਣ ਪਿਤਾ ਕਹੋ ਕੋ ਮਹਿਤਾਰੀ। ਇਹਨਾਂ ਬਚਨਾਂ ਨੂੰ ਸੁਣ ਕੇ ਦੋਨੇ ਸਿੱਧਾ ਨਮਸਕਾਰ ਕਰ ਦਿੱਤੀ। ਫਿਰ ਇੱਕ ਸਿੱਧ ਉੱਠ ਕੇ ਹੋਰ ਆਇਆ, ਸਾਰੇ ਆਪੋ ਆਪਣੀ ਮੱਤ ਦਾ ਘੋਟਾ ਲਾਈ ਫਿਰਦੇ। ਕਹਿੰਦੇ ਬਾਲਿਆ ਤੇਰਾ ਪਿਤਾ ਕੌਣ ਹੈ, ਤੇਰੀ ਮਾਤਾ ਕੌਣ ਹੈ? ਜਦੋਂ ਉਹਨਾਂ ਸੁਣਿਆ ਨਾ ਵੀ ਇਹ ਕਹਿੰਦੇ ਸਾਡਾ ਗੁਰੂ ਸ਼ਬਦ ਹੈ, ਸੁਰਤ ਸਾਡੀ ਚੇਲਾ ਹੈ। ਅੱਜ ਵੀ ਸਿੱਖ ਕੌਮ ਦਾ ਗੁਰੂ ਕੌਣ ਹੈ? ਸ਼ਬਦ। ਸ੍ਰਿਸ਼ਟੀ ਦਾ ਮਾਲਕ ਕੌਣ ਹੈ? ਸ਼ਬਦ। ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਨੂੰ ਅਸੀਂ ਸ਼ਬਦ ਕਰਕੇ ਆਵਾਜ਼ ਮਾਰਦੇ, ਤੇ ਸ਼ਬਦ ਕਰਕੇ ਸੁਣਦਾ ਹੈ। ਸ਼ਬਦ ਮਤਲਬ ਅਲਫਾਜ਼। ਤੁਸੀਂ ਕਿੰਨੇ ਵੀ ਦੁਖੀ ਹੋਵੋ, ਕਿਸੇ ਦੇ ਦਰਦਮਈ ਸ਼ਬਦ ਤੁਹਾਨੂੰ ਦੁਖੀ ਕਰ ਦਿੰਦੇ ਆ। ਕਿਸੇ ਦੇ ਹੱਸਣ ਵਾਲੇ ਸ਼ਬਦ, ਖੁਸ਼ੀ ਵਾਲੇ ਸ਼ਬਦ ਅੰਦਰੋਂ ਇੰਨਾ ਪ੍ਰਸੰਨਚਿਤ ਕਰ ਦਿੰਦੇ ਆ, ਬੰਦਾ ਕਿਸੇ ਦੀਆਂ ਗੱਲਾਂ 'ਚ ਹੀ ਖੁਸ਼ ਹੋ ਜਾਂਦਾ। ਕਈ ਵਾਰ ਸਾਨੂੰ ਸਾਡੀ ਜ਼ਿੰਦਗੀ ਦੇ ਵਿੱਚ ਕੁਝ ਲੋਕ ਇੱਦਾਂ ਦੇ ਮਿਲਦੇ ਆ, ਉਹਨਾਂ ਦਾ ਬੋਲਣਾ ਚੰਗਾ ਲੱਗਦਾ, ਉਹਨਾਂ ਦੀ ਆਵਾਜ਼ ਖਿੱਚ ਪਾਉਂਦੀ ਹੈ। ਜਦ ਤੱਕ ਅਸੀਂ ਉਹਨਾਂ ਦੇ ਬਚਨਾਂ ਨੂੰ, ਉਹਨਾਂ ਦੇ ਸ਼ਬਦਾਂ ਨੂੰ ਨਾ ਸੁਣੀਏ, ਸਾਨੂੰ ਇੱਦਾਂ ਲੱਗਦਾ ਜ਼ਿੰਦਗੀ ਅਧੂਰੀ ਹੈ। ਕਿਉਂ? ਕਿਉਂਕਿ ਮਨ ਦੀ ਅਵਸਥਾ ਸ਼ਬਦ ਨਾਲ ਜੁੜੀ ਹੈ, ਨਾਦ ਨਾਲ ਜੁੜੀ ਹੈ, ਆਵਾਜ਼ ਨਾਲ ਜੁੜੀ ਹੈ। ਸ਼ਬਦ ਦਾ ਵਿਸ਼ਾ ਆਵਾਜ਼ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਪੁੱਛਦੇ, ਕਹਿੰਦੇ ਤੁਹਾਡਾ ਪਿਤਾ ਕੌਣ ਹੈ, ਮਾਤਾ ਕੌਣ ਹੈ ਤੁਹਾਡੀ? ਕਿਉਂਕਿ ਗੁਰੂ ਬਾਰੇ ਤੁਸੀਂ ਦੱਸ ਦਿੱਤਾ, ਆਪਣੇ ਮਾਪਿਆਂ ਦਾ ਪਰਿਚੈ ਤੁਸੀਂ ਨਹੀਂ ਦਿੱਤਾ। ਕਿਰਪਾ ਕਰਕੇ ਸਾਨੂੰ ਦੱਸੋ ਕਿਹੜੇ ਮਾਂ-ਬਾਪ ਨੇ ਜਿਨ੍ਹਾਂ ਨੇ ਤੁਹਾਨੂੰ ਸਿੱਖਿਆ ਦਿੱਤੀ ਹੈ? ਜੋਗੀ ਕੇ ਭੋਗੇ ਏ ਸੋਗੇ ਕਿਦੋਂ। ਤੁਸੀਂ ਯੋਗੀ ਹੋ ਜਾਂ ਭੋਗੀ ਹੋ? ਯੋਗੀ ਮਤਲਬ ਯੋਗ ਕਰਨ ਵਾਲੇ। ਯੋਗੀ ਵਿਆਹ ਨਹੀਂ ਕਰਾਉਂਦੇ। ਭੋਗੀ ਮਤਲਬ ਪਰਿਵਾਰਕ ਗ੍ਰਸਤੀ। ਜਾਂ ਸੋਗੀ। ਸੋਗੀ ਕਿਹਨੂੰ ਕਹਿੰਦੇ ਆ? ਜਿਹੜਾ ਹਰ ਵੇਲੇ ਕਲੇਸ਼ ਪਾਈ ਰੱਖੇ, ਹਰ ਵੇਲੇ, ਜਿਹਦੇ ਜੀਵਨ ਵਿੱਚ ਕਲੇਸ਼ ਤੋਂ ਬਿਨਾ ਨਾ ਦਿਨੇ ਕੁਝ ਹੈ, ਨਾ ਰਾਤ ਕੁਝ ਹੈ, ਨਾ ਘੜੀ ਕੁਝ ਹੈ, ਨਾ ਪਲ ਕੁਝ ਹੈ, ਹਰ ਵੇਲੇ ਕਲੇਸ਼, ਸ਼ੋਗ। ਇੰਨਾ ਦੁਖੀ ਰਹਿਣਾ, ਉਹਦੇ ਕੋਲ 5 ਮਿੰਟ ਬਹਿ ਜਾਓ ਬੰਦਾ ਦੁਖੀ ਹੋ ਸੜ ਜਾਂਦਾ। ਸੜੀਆਂ ਹੋਈਆਂ ਗੱਲਾਂ, ਦੁੱਖ ਦੀਆਂ ਗੱਲਾਂ, ਪਰੇਸ਼ਾਨੀਆਂ ਦਾ ਪਟਾਰਾ ਖੋਲ ਕੇ ਰੱਖਦੇ ਹੁੰਦੇ ਕਈ ਲੋਕ ਇੱਦਾਂ ਦੇ, ਜਿਨ੍ਹਾਂ ਕੋਲ 5 ਮਿੰਟ ਬਹਿ ਜਾਈਏ ਨਾ, ਉਹਨਾਂ ਦੀਆਂ ਸੁਣ ਕੇ ਸਿਰ ਦੁਖਣ ਲੱਗ ਜਾਂਦਾ। ਕਹਿੰਦੇ ਤੁਸੀਂ ਯੋਗੀ ਹੋ, ਭੋਗੀ ਹੋ ਜਾਂ ਸੋਗੀ ਹੋ। ਕਿਉਂਕਿ ਜਿਹੜਾ ਬੰਦਾ ਸੋਗੀ ਆ ਉਹ ਰੋਗੀ ਪੱਕਾ ਹੈ। ਸੋਗ ਜਿਹਦੇ ਪੱਲੇ ਆ ਗਿਆ ਰੋਗ ਤੋਂ ਮੁਕਤ ਨਹੀਂ ਹੋ ਸਕਦਾ।
ਗੁਰੂ ਨਾਨਕ ਸਾਹਿਬ ਜੀ ਨੂੰ ਉਹਨੇ ਬੜੇ ਗਹਿਰੇ ਸਵਾਲ ਕੀਤੇ, ਕੋਈ ਬਾਹਰੀ ਸਵਾਲ ਥੋੜਾ ਨੇ ਵੀ ਪਿਤਾ ਕਲਿਆਣ ਚੰਦ, ਮਾਤਾ ਤ੍ਰਿਪਤਾ ਜੀ, ਇਹ ਥੋੜਾ ਪੁੱਛਿਆ ਉਹਨਾਂ ਨੇ। ਉਹ ਵੀ ਚਲਾਕ ਨੇ, ਅਵਸਥਾ ਦੇ ਪੱਧਰ ਤੋਂ ਪੁੱਛਦੇ ਆ। ਗੁਰੂ ਤੇ ਤੁਸੀਂ ਆਪਣਾ ਦੱਸ ਦਿੱਤਾ, ਅਸੀਂ ਸ਼ਬਦ ਨੂੰ ਮੰਨਦੇ ਆ ਜੋ ਨਿਰੰਕਾਰ ਦਾ ਰੂਪ ਹੈ। ਮਾਤਾ ਪਿਤਾ ਦਾ ਨਾਮ ਦੱਸੋ। ਹਰਖੀ ਰਹਿਓ ਕਹੋ ਸੱਚ ਉਚਾਰੇ। ਕਹਿੰਦੇ ਬੱਚਿਓ, ਬਾਲਕੋ ਸੱਚ ਬੋਲਿਓ। ਯੋਗੀ ਮਰਦ ਨੂੰ ਕਹਿੰਦਾ, ਧੰਗਰਨਾਥ ਕਹਿੰਦਾ ਸੱਚ ਬੋਲਣਾ, ਸੱਚੀਆਂ ਗੱਲਾਂ ਕਰਿਓ। ਅਸੀਂ ਦਿਲਾਂ ਦੀਆਂ ਸਭ ਜਾਣ ਲੈਨੇ ਆ ਵੀ ਤੁਹਾਡੇ ਅੰਦਰ ਕੀ ਆ ਤੇ ਜ਼ੁਬਾਨ ਤੇ ਕੀ ਹੈ। ਸੁਣ ਕੇ ਗੁਰੂ ਨਾਨਕ ਪਾਤਸ਼ਾਹ ਮੁਸਕਰਾ ਪਏ, ਹੱਸ ਪਏ, ਕਿਉਂਕਿ ਜੇ ਇਹਨਾਂ ਦੀ ਤਸੱਲੀ ਨਾ ਕਰਾਈ ਫਿਰ ਗੱਲ ਕਾਹਦੀ ਹੈ। ਤੁਹਾਡੇ ਨਾਲ ਕੋਈ ਬਹਿਸ ਕਰੇ, ਵਿਚਾਰ ਕਰੇ, ਜਿਹੜੇ ਬੰਦੇ ਨੂੰ ਕੁਝ ਆਉਂਦਾ ਨਹੀਂ ਹੋਊਗਾ ਉਹ ਲੜਨ ਬਹਿ ਜੂਗਾ। ਉਹਨੂੰ ਪਤਾ ਹੈ ਵੀ ਮੈਨੂੰ ਆਉਂਦਾ ਤੇ ਕੁਝ ਹੈ ਨਹੀਂ, ਲੜਾਈ ਪੜ੍ਹਾਈ ਕਰਕੇ ਮੈਂ ਸੰਪਰਕ ਖਤਮ ਕਰ ਦਿਆਂ। ਤੇ ਜਿਹੜਾ ਵਿਚਾਰਵਾਨ ਉਹ ਕਹਿੰਦਾ ਬਹਿਸ ਕਰ ਮੇਰੇ ਨਾਲ, ਵਿਚਾਰ ਕਰ ਮੇਰੇ ਨਾਲ। ਉਹਨੂੰ ਪਤਾ ਵੀ ਵਿਚਾਰ ਵਿੱਚ ਮੈਂ ਇਹਦੀ ਤਸੱਲੀ ਕਰਾ ਦਿਆਂਗਾ। ਪਰ ਜਿਹਨੂੰ ਵਿਚਾਰ ਨਹੀਂ ਕਰਨੀ ਆਉਂਦੀ, ਜਿਹਨੂੰ ਗੱਲ ਸਮਝਣੀ ਸਮਝਾਉਣੀ ਨਹੀਂ ਆਉਂਦੀ, ਉਹ ਗੁੱਸਾ ਖਾ ਜਾਂਦਾ। ਬੜੀ ਵਾਰ ਧਰਮ ਦੀ ਦੁਨੀਆ 'ਚ ਵਾਦ ਵਿਵਾਦ ਹੁੰਦਾ ਹੈ, ਕਈ ਲੜ ਪੈਂਦੇ ਆ ਛੋਟੀ ਜਿਹੀ ਗੱਲ ਵਿੱਚ, ਕਈ ਵੱਡਾ ਦਿਮਾਗ ਰੱਖ ਕੇ ਸਮਝਦੇ ਆ। ਗੁਰੂ ਨਾਨਕ ਸਾਹਿਬ ਨੂੰ ਕਹਿੰਦੇ ਸੱਚ ਬੋਲਿਓ, ਮਾਤਾ ਪਿਤਾ ਬਾਰੇ ਦੱਸੋ ਜਿਨ੍ਹਾਂ ਕੋਲ ਤੁਸੀਂ ਰਹਿੰਦੇ ਹੋ, ਕਿਉਂਕਿ ਮਨੁੱਖ ਦੀ ਪਰਵਰਿਸ਼ ਉਹਦੇ ਮਾਪੇ ਕਰਦੇ ਨੇ। ਮਾਂ ਬਾਪ ਨੇ ਜੋ ਸਿਖਾਇਆ ਹੁੰਦਾ ਹੈ, ਉੱਥੋਂ ਆ ਕੇ ਪਤਾ ਲੱਗਦਾ ਮਨੁੱਖ ਕਿੱਡਾ ਕੁ ਮਹਾਨ ਹੈ ਤੇ ਕਿਹੋ ਜਿਹਾ। ਸ੍ਰਿਸ਼ਟੀ ਦੇ ਮਾਲਕ ਗੁਰੂ ਪਾਤਸ਼ਾਹ ਨੂੰ ਸਿੱਧ ਪੁੱਛਦਾ ਏ, ਆਪਣੇ ਮਾਤਾ ਪਿਤਾ ਦਾ ਪਰਿਚੈ ਦਿਓ। ਕਿਹੜੀ ਮਾਂ ਜਿਹਨੇ ਤੁਹਾਨੂੰ ਜਣਿਆ, ਕੌਣ ਪਿਤਾ ਹੈ ਜਿਹਨੇ ਤੁਹਾਨੂੰ ਜਨਮ ਦਿੱਤਾ ਏ। ਉਹ ਪ੍ਰਕਾਸ਼ ਜੰਜਾਰ ਮਿਟਾ ਪੁਨ ਕਹਤੇ ਉਜਲ ਬੁੱਧ ਤੁਮਾਰੇ। ਕਿਹੜੀਆਂ ਗੱਲਾਂ ਕਰਕੇ ਤੁਹਾਨੂੰ ਗਿਆਨ ਹੋਇਆ, ਜਾਲ ਕੱਟਤਾ ਮਾਇਆ ਦਾ ਤੁਸੀਂ, ਤੇ ਤੁਹਾਡੀ ਬੁੱਧ ਜਿਹੜੀ ਉਜਲ ਹੋ ਗਈ, ਸਾਫ਼ ਹੋ ਗਈ, ਉਹ ਦੱਸੋ। ਮਤਲਬ ਕਿਤੇ ਨਾ ਕਿਤੇ ਦੁਸ਼ਮਣ ਕਹਾਉਣ ਵਾਲੇ ਮੰਨਦੇ ਸੀ ਵੀ ਬਾਬਾ ਤੇਰੀ ਮੱਤ ਉਜਲੀ ਆ, ਸੱਚ ਜਾਓ। ਇਹਦੇ ਪਤਾ ਨਾ ਉਹਨਾਂ ਨੂੰ। ਹੁਣ ਕੋਈ ਸਾਡਾ ਵੈਰੀ ਆ, ਸਾਡਾ ਦੁਸ਼ਮਣ ਆ, ਸਾਨੂੰ ਉਹਦੀਆਂ ਕੁਆਲਿਟੀਆਂ ਦਾ ਪਤਾ ਹੁੰਦਾ, ਪਰ ਅਸੀਂ ਆਪਣੀ ਜ਼ੁਬਾਨ ਨੂੰ ਬੋਲ ਹੀ ਨਹੀਂ ਸਕਦੇ, ਕਿਉਂਕਿ ਦੁੱਖ ਹੈ ਸਾਨੂੰ। ਕਿਵੇਂ ਜਿੰਦਾ ਕਹਿ ਦਿਆਂ ਮੈਂ, ਕਿਵੇਂ ਮੰਨ ਜਾ। ਹੁਣ ਉਹ ਸਿੱਧ ਮੰਨਣਾ ਨਹੀਂ ਚਾਹੁੰਦੇ, ਬਾਤ ਹੈ ਮੈਂ ਨਾ ਮੰਨੂ, ਪਰ ਉਹ ਗੁਰੂ ਸਾਹਿਬ ਦੀ ਕੁਆਲਿਟੀ ਜਾਣਦੇ ਆ ਵੀ ਇਹਨਾਂ ਦੀ ਬਿਰਤੀ ਬੜੀ ਸ਼ੁੱਧ ਹੈ, ਵਿਚਾਰ ਬੜੇ ਸ਼ੁੱਧ ਨੇ, ਗੱਲਾਂ ਬੜੀਆਂ ਉੱਚੀਆਂ ਕਰਦੇ ਆ। ਕਹਿੰਦੇ ਬਾਬਾ ਜਾ ਜੰਜਾਲ ਕਿਵੇਂ ਕੱਟ ਲਏ, ਚਾਨਣ ਕਿਵੇਂ ਹੋ ਗਿਆ, ਅੰਦਰ ਮਤ ਗਿਆਨ ਸਾਫ ਸੁਥਰਾ ਕਿਵੇਂ ਹੈ। ਗੋਰਖ ਕੇ ਉਪਦੇਸ਼ ਲਿਏ ਜਗ ਦੇਹ ਅਜੀਤ ਰਹੇ ਨਹਿ ਧਾਰੇ। ਜੇ ਤੁਹਾਡੇ ਕੋਲ ਸਾਡੀਆਂ ਗੱਲਾਂ ਦਾ ਜਵਾਬ ਕੋਈ ਨਹੀਂ, ਫਿਰ ਇਹ ਮੰਨ ਲਓ ਵੀ ਗੋਰਖ ਜੀ ਦਾ ਉਪਦੇਸ਼ ਧਾਰਨ ਕਰੋਗੇ। ਮਹਾਰਾਜ ਹੱਥ ਜੋੜ ਕੇ ਕਹਿੰਦੇ ਠੀਕ ਹੈ, ਸੱਤ ਬਚਨ ਠੀਕ ਹੈ। ਹਾਰ ਗਏ ਤੇ ਤੁਹਾਡੇ, ਜਿੱਤ ਗਏ ਤੇ ਤੁਸੀਂ ਸਾਡੇ ਮਗਰ। ਗੱਲਾਂ ਹੀ ਦੋ ਨੇ। ਹਾਰੇ ਹੋਏ ਦੀ ਕਿਹੜਾ ਕੋਈ ਖੁਆਇਸ਼ ਹੁੰਦੀ ਹੈ, ਜਿੱਤੇ ਦੀ ਖੁਆਇਸ਼ ਪੁੱਛੀ ਜਾਂਦੀ। ਅੱਜ ਤੁਸੀਂ ਜਿੱਤ ਗਏ ਹੋ, ਕੀ ਖਾਓਗੇ, ਕੀ ਕਰੋਗੇ। ਹਾਰੇ ਹੋਏ ਨੂੰ ਕੋਈ ਪੁੱਛਦਾ ਹੈ? ਉਹ ਤੇ ਕਈ ਵਾਰ ਵਿਚਾਰਾ ਗਿਆ ਗੱਡੀ ਤੇ ਹੁੰਦਾ ਹੈ, ਆਉਂਦਾ ਆਟੋ ਤੇ, ਉਹ ਵੀ ਨਹੀਂ ਪੁੱਛਦਾ ਕੋਈ ਵੀ ਆਇਆ ਕਾਹਦੇ ਤੇ ਹੈ, ਕਿਉਂਕਿ ਹਾਰੇ ਹੋਏ ਦੀ ਵੈਲਿਊ ਨਹੀਂ ਤੇ ਜਿੱਤੇ ਦੀ ਹੈ। ਹੁਣ ਸਿੱਧ ਜਿੱਤ ਹਾਰ ਦੀਆਂ ਗੱਲਾਂ ਕਰਦੇ ਆ, ਬੇਸ਼ੱਕ ਗੁਰੂ ਬਾਬਾ ਦੀ ਇਸ ਖੇਡ ਵਿੱਚ ਨਹੀਂ ਨੇ, ਪਰ ਕਹਿੰਦੇ ਜੇ ਹਾਰ ਗਏ ਤੇ ਗੋਰਖ ਨੂੰ ਗੁਰੂ ਕਹਿਣਾ ਪੈਣਾ, ਮੰਨਣਾ ਪੈਣਾ। ਗੋਰਖ ਦੇ ਚਰਨੀ ਮੱਥਾ ਟੇਕੋਗੇ, ਮਤਲਬ ਜੇ ਤੁਸੀਂ ਮੇਰੀ ਤਸੱਲੀ ਨਾ ਕਰਾਈ, ਜੇ ਮੈਨੂੰ ਜਵਾਬ ਹੀ ਨਾ ਦਿੱਤਾ, ਮਰਜ ਮੁਸਕਰਾਈ ਜਾਣ, ਹੱਸੀ ਜਾਣ। ਇਹਨੇ ਕਈ ਸਵਾਲ ਗੁਰੂ ਨਾਨਕ ਸਾਹਿਬ ਨੂੰ ਕਰਦੇ ਵੀ ਮਾਤਾ ਪਿਤਾ ਬਾਰੇ ਦੱਸੋ, ਮਾਇਆ ਦਾ ਜੰਜਾਲ ਕੱਟਿਆ ਕਿਵੇਂ ਗਿਆ, ਅੰਦਰ ਚਾਨਣ ਕਿਵੇਂ ਹੋ ਗਿਆ, ਮੱਤ ਤੁਹਾਡੀ ਉਜਲ ਕਿਵੇਂ ਹੈ, ਸਵੱਛ ਕਿਵੇਂ ਹੈ। ਹੁਣ ਜਿਹਦੀ ਮੱਤ ਅਕਲ ਚੰਗੀ ਸੁੱਚੀ ਆ, ਉਹ ਕਦੇ ਬੁਰਾ ਸੋਚ ਹੀ ਨਹੀਂ ਸਕਦਾ, ਉਹਦੇ ਕੋਲ ਸਮਾਂ ਹੀ ਨਹੀਂ ਬੁਰਾ ਸੋਚਣ ਦਾ। ਲੜਨ ਦਾ ਸਮਾਂ ਨਹੀਂ, ਭਿੜਨ ਦਾ ਸਮਾਂ ਨਹੀਂ, ਬੁਰਾਈ ਕਰਨ ਦਾ ਸਮਾਂ ਨਹੀਂ। ਉਹ ਸੋਚਦਾ ਜੀਵਨ ਵਿੱਚ ਮੈਂ ਕੁਝ ਗੱਲਾਂ ਕਰਾਂ ਤੇ ਕਰਾਂ ਚੰਗੀਆਂ ਚੰਗੀਆਂ ਤੇ ਸੋਹਣੀਆਂ ਸੋਹਣੀਆਂ। ਪਰ ਜਿਹਦੇ ਪੱਲੇ ਬੁਰਾਈ ਹੈ, ਉਹਦੇ ਕੋਲ ਹਰ ਵੇਲੇ ਨੀਚਤਾ ਹੈ, ਨਿਊਨਤਾ ਹੈ, ਨੀਵਾਪਣ ਹੈ। ਗੁਰੂ ਨਾਨਕ ਸਾਹਿਬ ਜੀ ਦੇ ਸਾਹਮਣੇ ਬੈਠਾ ਸਿੱਧ ਹੰਕਾਰ 'ਚ ਬੋਲਦਾ ਸੀ, ਤੇ ਗੁਰੂ ਬਾਬਾ ਜੀ ਨੇ ਕਦੇ ਹੰਕਾਰ 'ਚ ਬੋਲਿਆ ਹੀ ਨਹੀਂ। ਬੜੇ ਪਿਆਰ ਵਿੱਚ ਹੱਥ ਜੋੜ ਕੇ ਸਿੱਧ ਦੇ ਸਾਹਮਣੇ ਸਤਿਗੁਰੂ ਬਚਨੇ ਉਚਾਰਨ ਲੱਗੇ ਨੇ। ਪੰਕਜ ਲੋਚਨ ਬੈਨ ਕਹੇ
ਪਿਤ ਮੇ ਸੰਤੋਖ ਖਿਮ ਸੁਭ ਮਾਈ। ਸਤਿਗੁਰੂ ਕਹਿੰਦੇ ਮੇਰੀ ਮਾਂ ਦਾ ਨਾਮ ਹੈ ਖਿਮਾ, ਨਿਮਰਤਾ। ਪਿਤਾ ਮੇਰੇ ਦਾ ਨਾਮ ਹੈ ਸੰਤੋਖ। ਆਖੋ ਸਤਿਨਾਮ ਸੰਤੋਖ ਪਿਤਾ, ਮਤ ਮਾਤਾ ਸੰਤੋਖ ਪਿਤਾ। ਗੁਰੂ ਬਾਬਾ ਜੀ ਕਹਿੰਦੇ ਮੇਰੀ ਮਾਤਾ ਨਿਮਰਤਾ ਹੈ, ਮਾਂ ਨੇ ਹਮੇਸ਼ਾ ਨੀਵਾਂ ਚੱਲਣਾ ਸਿਖਾਇਆ, ਪਿਤਾ ਸੰਤੋਖ ਹੈ। ਹੁਣ ਜਿਹਦੇ ਕੋਲ ਸੰਤੋਖ ਨਹੀਂ, ਜਿਹਦੇ ਕੋਲ ਨਿਮਰਤਾ ਨਹੀਂ, ਸਮਝ ਲਓ ਉਹਦੇ ਕੋਲ ਮਾਂ-ਬਾਪ ਹੁੰਦਿਆਂ ਵੀ ਮਾਂ-ਬਾਪ ਨਹੀਂ। ਪਿਤਾ ਕਹਿੰਦਾ ਪੁੱਤ ਸੰਤੋਖ ਰੱਖਣਾ, ਲਾਲਚ ਨਹੀਂ ਕਰਨਾ, ਆਪਾਂ ਖਾਨਦਾਨੀ ਜਾਤ ਨਹੀਂ ਵਿਖਾਉਣੀ, ਆਪਣੀ ਹੱਥ ਨਹੀਂ ਅੜਣੇ ਕਿਸੇ ਅੱਗੇ, ਪੈਸੇ ਪੈਸੇ ਤੇ ਮਰਨਾ ਨਹੀਂ, ਸੰਤੋਖ ਹੈ। ਮਾਂ ਕੀ ਕਹਿੰਦੀ? ਮਾਂ ਕਹਿੰਦੀ ਪੁੱਤ ਮਾੜਾ ਨਹੀਂ ਕਹਿਣਾ ਕਿਸੇ ਨੂੰ, ਨਿਮਰਤਾ ਨੀਵਾਂਪਣ ਇਹ ਵਡੱਪਣ ਤੇਰਾ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਭਾਈ ਸਾਡਾ ਪਿਤਾ ਸੰਤੋਖ ਹੈ, ਮਾਂ ਮੇਰੀ ਦਾ ਨਾਮ ਹੈ ਖਿਮਾ, ਨਿਮਰਤਾ ਨੀਵਾਂਪਣ। ਇਹੀ ਕਾਰਨ ਹੈ ਗੁਰੂ ਨਾਨਕ ਸਾਹਿਬ ਜੀ ਨੇ ਸਾਰੇ ਜੀਵਨ ਵਿੱਚ ਕਦੇ ਹੰਕਾਰ ਦਾ ਬੋਲ ਨਹੀਂ ਬੋਲਿਆ, ਉੱਚਾ ਬੋਲ ਨਹੀਂ ਬੋਲਿਆ, ਨਿਮਰਤਾ 'ਚ ਰਹਿੰਦੇ ਸੀ। ਹੁਣ ਆਪਾਂ ਆਮ ਪੜ੍ਹਦੇ ਹਾਂ ਪਵਨ ਗੁਰੂ, ਪਾਣੀ ਪਿਤਾ, ਮਾਤਾ ਧਰਤ, ਮਹਤ, ਦਿਵਸ ਰਾਤ ਦੋਇ ਦਾਈ ਦਾਇਆ ਖੇਲੈ ਸਗਲ ਜਗਤ। ਹੁਣ ਇੱਥੇ ਚੱਕਰ ਪੈ ਗਿਆ ਨਾ, ਵੀ ਮਰਦ ਤੇ ਕਹਿੰਦੇ ਪਵਨ ਗੁਰੂ ਹੈ, ਪਾਣੀ ਪਿਤਾ ਹੈ, ਮਾਤਾ ਧਰਤ ਮਹਤ, ਵੀ ਸਾਰੀ ਧਰਤੀ ਮਾਂ ਹੈ। ਇੱਥੇ ਗੁਰੂ ਸਾਹਿਬ ਕਹਿੰਦੇ ਆ ਵੀ ਪਿਤਾ ਸੰਤੋਖ ਹੈ ਤੇ ਮਾਂ ਮੇਰੀ ਖਿਮਾ। ਪਿਤਾ ਸੰਤੋਖ ਹੈ, ਉਹ ਕਿਵੇਂ ਹੋਇਆ? ਅੰਤਰੀ ਭਾਵ ਬੜੇ ਆ, ਧਰਤੀ ਵਿੱਚ ਨਿਮਰਤਾ ਹੈ, ਧਰਤੀ ਵਿੱਚ ਨਿਮਰਤਾ ਹੈ। ਇਹਨੂੰ ਪੱਟ ਲਓ, ਗੰਦਗੀ ਸੁੱਟ ਦਿਓ, ਚੀਰ ਫਾੜ ਕਰ ਦਿਓ, ਪਾਣੀ ਲਾ ਦਿਓ, ਸੋਕਾ ਪਾ ਦਿਓ, ਇਹ ਨਹੀਂ ਕੁਛ, ਖਾਣਾ ਖੋਲ ਦਿਓ, ਨਿਮਰਤਾ। ਪਾਣੀ ਕਿਵੇਂ ਸੰਤੋਖੀ ਹੈ, ਪਾਣੀ ਪੀਤਿਆਂ ਤੋਂ ਹਰ ਜੀਵ ਦੀ ਧਰਤੀ ਤੇ ਪਿਆਸ ਬੁਝਦੀ ਹੈ। ਜਿਹੜਾ ਬੰਦਾ ਪਾਣੀ ਪੀ ਕੇ ਰੱਜ ਜੇ ਉਹਨੂੰ ਪੁੱਛੋ ਜਦੋਂ ਪਾਣੀ ਠੰਡਾ ਪੀ ਲਿਆ ਵੀ ਕੋਕ ਦੀ ਬੋਤਲ ਖੋਲਾਂ, ਉਹ ਕਹਿੰਦਾ ਨਹੀਂ ਆਨੰਦ ਆ ਗਿਆ ਠੰਡਾ ਪਾਣੀ ਪੀ ਕੇ, ਸੰਤੋਖ ਆ ਗਿਆ। ਪਾਣੀ ਬਿਨਾਂ ਕੋਈ ਗੁਜ਼ਾਰਾ ਨਹੀਂ ਹੈ, ਜਿੱਥੇ ਮਰਜੀ ਜੋ ਮਰਜੀ ਖਾਈ ਪੀ ਚੱਲੋ, ਪਾਣੀ 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 ਵੱਡਾ। ਦੇਖੋ ਗੱਲ ਕਿੰਨੀ ਡੂੰਘੀ ਹੈ। ਜੇ ਹੁਣ ਅਸੀਂ ਇਸ ਅਰਥ ਨੂੰ ਨਹੀਂ ਸਮਝਾਂਗੇ ਫਿਰ ਦਿਮਾਗ 'ਚ ਹੀ ਚੱਲੀ ਜਾਣਾ। ਇੱਕ ਪਾਸੇ ਮਰਦ ਕਹਿੰਦੇ ਪਵਨ ਗੁਰੂ, ਪਾਣੀ ਪਿਤਾ, ਮਾਤਾ ਧਰਤ ਮਹਤ, ਪਾਣੀ ਪਿਤਾ ਹੈ, ਧਰਤੀ ਮਾਂ ਹੈ। ਇੱਥੇ ਤੇ ਮਰਦ ਕਹਿੰਦੇ ਮੇਰੇ ਪਿਤਾ ਦਾ ਨਾਮ ਸੰਤੋਖ ਹੈ, ਮੇਰੀ ਮਾਤਾ ਦਾ ਨਾਮ ਖਿਮਾ ਹੈ। ਪਾਣੀ ਪਿਤਾ ਨਹੀਂ ਹੈ, ਪਾਣੀ ਦਾ ਗੁਣ ਪਿਤਾ ਹੈ। ਧਰਤੀ ਮਾਂ ਨਹੀਂ ਹੈ, ਧਰਤੀ ਦਾ ਗੁਣ ਮੇਰੀ ਮਾਂ ਹੈ। ਫਿਰ ਸਤਿਗੁਰ ਤੇ ਵੀ ਕਹਿੰਦੇ ਆ ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਧਰਤੀ ਨੂੰ ਕਹਿ ਰਹੇ ਆ? ਨਹੀਂ, ਮਤ ਨੂੰ ਕਹਿ ਰਹੇ ਆ। ਕਿਉਂ ਕਹਿੰਦੇ ਮਤ ਨੂੰ? ਉਹ 'ਚ ਨਿਮਰਤਾ ਹੈ, ਉਹ 'ਚ ਨੀਵਾਂਪਣ ਹੈ, ਉਹ 'ਚ ਖਿਮਾ ਹੈ। ਇਹ ਗੱਲਾਂ ਸਮਝਣ ਵਾਲੀਆਂ ਨੇ, ਸੰਦਰਭ ਵਾਲੀਆਂ ਨੇ। ਇਸੇ ਕਰਕੇ ਮੈਂ ਬੇਨਤੀ ਕਰਦਾ ਹੁੰਦਾ ਵੀ ਬਾਣੀ ਪੜ੍ਹਿਆ ਵੀ ਕਰੋ ਤੇ ਬਾਣੀ ਵਿਚਾਰਿਆ ਵੀ ਕਰੋ। ਅੱਧ ਤੋਂ ਵੱਧ ਸਾਨੂੰ ਕਿਸੇ ਗੱਲ ਦਾ ਨਹੀਂ ਪਤਾ, ਬਸ ਬਹਿਸ ਦਾ ਪਤਾ ਹੁੰਦਾ। ਕਿਤੇ ਸਾਖੀ ਸੁਣ ਲਈ, ਲੱਤ 'ਚ ਲੱਤ ਫਸਾਈ ਜਾਣੀ, ਐਵੇਂ ਨਹੀਂ ਐਵੇਂ ਹੁੰਦਾ, ਐਵੇਂ ਨਹੀਂ ਐਵੇਂ ਹੁੰਦਾ। ਨਹੀਂ, ਠੀਕ ਹੈ ਜੋ ਵੀ ਹੁੰਦਾ, ਬਾਣੀ ਵਿਚਾਰਿਆ ਕਰੋ, ਪੜ੍ਹਿਆ ਕਰੋ, ਆਪਣੇ ਲਈ, ਕਿਸੇ ਲਈ ਨਹੀਂ। ਗੁਰੂ ਨਾਨਕ ਸਾਹਿਬ ਕਹਿੰਦੇ ਭਾਈ ਮੇਰੀ ਮਾਂ ਹੈ ਜਿਹੜੀ, ਉਹਨੇ ਮੈਨੂੰ ਨਿਮਰਤਾ ਸਿਖਾਈ। ਇਸੇ ਕਰਕੇ ਸਤਿਗੁਰਾਂ ਨੇ ਕਿਸੇ ਨੂੰ ਮਾੜਾ ਹੀ ਨਹੀਂ ਕਿਹਾ, ਸਿੱਧਾ ਨੇ ਅੱਤ ਕਰਾਤੀ। ਦੇ ਕਰਾਮਾਤ ਤੇ ਕਰਾਮਾਤ ਸਮਾਨ ਉਡਾਤਾ। ਗੁਰੂ ਨਾਨਕ ਸਾਹਿਬ ਨੇ ਆਪਣੀ ਖੜਾਮ ਉਡਾਤੀ, ਕਹਿੰਦੇ ਚੱਲ ਲੈ ਆ ਥੱਲੇ। ਫਿਰ ਕਦੋਂ ਹੋਇਆ ਜੀ? ਜਦ 3 ਵਾਰੀ ਮੂੰਹ ਤੇ ਬੋਲਿਆ ਸਿੱਧਾ, ਬੁਰਾ ਬੋਲਿਆ। ਤੇ ਫਿਰ ਗੁਰੂ ਨਾਨਕ ਸਾਹਿਬ ਆਪ ਨਹੀਂ ਬੋਲੇ, ਆਪਣੀ ਖੜਾਮ ਨੂੰ ਹੁਕਮ ਕੀਤਾ, ਉਹ ਬੋਲੀ ਹੈ। ਸਿਆਣੇ ਕਹਿੰਦੇ ਆ ਨਾ ਵੀ ਸਮਝਦਾਰ ਆਪ ਨਹੀਂ ਬੋਲਦਾ, ਉਹਦੀ ਜੁੱਤੀ ਬੋਲਦੀ ਹੈ। ਇਸ਼ਾਰਾ ਬਹੁਤ ਡੂੰਘਾ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਆਪ ਨਹੀਂ ਬੋਲੇ, ਬਹਿਸ ਨਹੀਂ ਕੀਤੀ ਇਹਨਾਂ ਨਾਲ, ਇਹਨਾਂ ਕਰਾਮਾਤ ਵਿਖਾਈ ਤੇ ਸਤਿਗੁਰਾਂ ਦਾ ਜੋੜਾ ਖੜਾਮ ਕੌਸ ਉਹਨੇ ਸਿੱਧਾ ਨੂੰ ਤਾਰੇ ਵਿਖਾਤੇ। ਆਖੋ ਸਤਿਨਾਮ। ਚਲਾ ਚਲਾ ਕੇ ਥੱਲੇ ਮਾਰੀਆਂ ਚੀਜ਼ਾਂ, ਕੱਲੀਆਂ ਬਰਾਗਣਾ ਬਰੂਗਣਾ ਉਲਟਾਤੀਆਂ ਸਾਰੀਆਂ, ਖਿੱਚ ਲਈ ਸ਼ਕਤੀ। ਅੱਜ ਕੁਝ ਬੈਠੇ ਕੋਲੇ ਮਹਾਰਾਜ ਕਹਿੰਦੇ ਭਾਈ ਸਾਡੇ ਮਾਤਾ ਪਿਤਾ ਦਾ ਇਹ ਨਾਮ ਹੈ, ਜਿਨ੍ਹਾਂ ਕੋਲੋਂ ਸਭ ਕੁਝ ਪ੍ਰਾਪਤ ਕੀਤਾ ਏ। ਭੋਗ ਮੈਂ ਸੋਗ, ਭੋਗ ਮੈਂ ਜੋਗ, ਨ ਸੋਗ ਕਰੋ। ਅਸੀਂ ਆ ਭੋਗ, ਭੋਗ ਨਾ ਮੈਂ ਭੋਗੀ ਦਾ, ਭੋਗੀ ਨਾ ਮੈਂ ਗ੍ਰਸਤੀ ਦਾ। ਸਤਿਗੁਰ ਕਹਿੰਦੇ ਅਸੀਂ ਆ ਗ੍ਰਸਤੀ। ਨਾ ਸਾਡੇ ਕੋਲ ਤੁਹਾਡੇ ਵਾਲਾ ਯੋਗ ਤੇ ਨਾ ਸਾਡੇ ਕੋਲ ਸੋਗ। ਹੁਣ ਗ੍ਰਸਤੀ ਬੰਦਾ ਥੋੜੀ ਪਹਾੜਾਂ 'ਚ ਬਹਿ ਸਕਦਾ ਜੀ। ਤੁਹਾਡੇ 'ਚ ਹੈ ਕੋਈ ਵੀ ਝੋਲਾ ਪਾ ਕੇ ਠਾਠ ਤੀਰਥਾਂ ਤੇ ਫਿਰੀ ਜਾਏ ਵੀ ਠਾਠ ਤੀਰਥ ਨਹਾਉਣ ਵਾਲੇ ਨੂੰ ਮੁਕਤੀ ਮਿਲਣੀ ਹੈ?
ਕਿਹੜਾ ਸਾਡੇ ਪਰਿਵਾਰ ਦਾ ਜੀ ਜਿਹੜਾ ਆਖੇ ਜੀ ਮੈਂ ਤੇ ਹੁਣ ਸਰਦੀ ਜੰਗਲ 'ਚ ਰਹੂੰਗਾ, ਤੁਸੀਂ ਨਾ ਆਇਓ ਉੱਥੇ? ਹੈ ਕੋਈ ਸਾਡੇ? ਗੱਲਾਂ ਸਿੱਧਾਂ ਦੀਆਂ ਕਰਦੇ ਆ, ਬੈਠੋ ਆ ਜਾਓ, ਕੋਈ ਵੀ ਨਹੀਂ। ਮਹਾਰਾਜ ਕਹਿੰਦੇ ਅਸੀਂ ਯੋਗੀ ਨਹੀਂ ਆ ਤੁਹਾਡੇ ਵਾਂਗੂ ਵੀ ਘਰ-ਬਾਰ ਛੱਡਿਆ ਅੰਦਰ, ਨਾ ਨਿਮਰਤਾ ਨਾ ਸੰਤੋਖ। ਸਿੱਖ ਦਾ ਜੀਵਨ ਸਭ ਤੋਂ ਵੱਡਾ ਹੁੰਦਾ ਸੰਤੋਖੀ। ਅੱਖਾਂ ਸਾਹਮਣੇ ਸੋਨਾ ਵੀ ਪਿਆ, ਕੋਈ ਧੱਕੇ ਨਾਲ ਆਖੇ ਰੱਖ ਲੈ, ਕਹਿੰਦਾ ਨਹੀਂ ਮੇਰੇ ਕੋਲ ਹੈ, ਮੈਂ ਕੀ ਕਰਨਾ। ਤੁਹਾਡੇ ਕੋਲ 4 ਕੱਪੜੇ ਪਹਿਨਣ ਵਾਲੇ ਨੇ, ਤੁਹਾਨੂੰ ਪਤਾ ਮੇਰੇ ਕੋਲ ਪੂਰੇ ਆ, ਕੋਈ ਹੱਥ ਜੋੜ ਕੇ ਆਖਿਆ ਨਵਾਂ ਰੱਖ ਲਾ, ਤੁਹਾਡਾ ਸੰਤੋਖ ਕਹਿੰਦਾ ਨਹੀਂ ਮੈਂ ਕੀ ਕਰਨਾ, ਕਿਸੇ ਹੋਰ ਨੂੰ ਦੇ ਦੇ, ਲੋੜਵੰਦ ਨੂੰ ਦੇ ਦੇ। ਤੇ ਸਾਡਾ ਲਾਲਚ ਕਹਿੰਦਾ ਲਿਆ ਮੈਨੂੰ ਆ ਵੀ ਦੇ ਦੇ, ਆ ਵੀ ਦੇ ਦੇ, ਆ ਵੀ ਦੇ ਦੇ। ਸਿੱਖ ਦਾ ਜੀਵਨ ਸੰਤੋਖੀ ਹੈ। ਕਿਤੇ ਸਿੰਘਾਂ ਦਾ ਇਤਿਹਾਸ ਪੜ੍ਹਿਓ, ਗੁਰੂ ਨਾਨਕ ਸਾਹਿਬ ਤੋਂ ਲੈ ਕੇ 10ਵੇਂ ਪਾਤਸ਼ਾਹ ਤੱਕ ਜਿੰਨੇ ਸਿੱਖ ਹੋਏ ਨੇ, ਬਸ 1-2 ਹੀ ਵਸਤਰ ਰੱਖਦੇ ਸੀ, ਕਿਉਂਕਿ ਸੰਤੋਖੀ ਸੀ, ਨਿਮਰਤਾ ਵਾਲੇ ਸੀ। ਉਹ ਕਹਿੰਦੇ ਸੀ ਜਿੰਨਾ ਕੁਝ ਇਕੱਠਾ ਕਰਾਂਗੇ ਦਲਿੱਦਰ ਵਧੂਗਾ, ਲਾਲਚ ਵਧੂਗਾ, ਕਾਮ ਵਧੂਗਾ, ਕ੍ਰੋਧ ਵਧੂਗਾ, ਵੈਰ ਵਧੂ ਲੋਕਾਂ ਨਾਲ। ਸੰਤੋਖ ਸੀ। ਮਹਾਰਾਜ ਕਹਿੰਦੇ ਕੱਲਾ ਸੰਤੋਖ ਨਹੀਂ ਰੱਖਣਾ, ਨਾਲ ਨਿਮਰਤਾ ਵੀ ਰੱਖਣੀ ਹੈ। ਨਿਮਰਤਾ ਮਤਲਬ ਖਿਮਾ। ਖਿਮਾ ਕੀ ਹੈ? ਨੀਵੇਂ ਹੋਣਾ। ਕਿਸੇ ਨੇ ਗੁਨਾਹ ਕਰਤਾ, ਮਾਫ ਕਰਤਾ। ਕਿਉਂ? ਉਹ ਸੋਚਦਾ ਹੈ ਵੀ ਆਹ ਬਗਾਨੇ ਬੱਚੇ ਨੇ ਮਾੜਾ ਸ਼ਬਦ ਬੋਲਿਆ ਸੀ, ਮਾੜਾ ਕੀਤਾ ਸੀ, ਜੇ ਮੇਰਾ ਪੁੱਤ ਬੋਲਦਾ ਇੱਥੇ ਖੜਾ ਹੁੰਦਾ ਤੇ ਮੈਂ ਹੀ ਸਜ਼ਾ ਦਿੰਦਾ। ਬਦਲ ਗਿਆ ਨਾ ਪੈਰਾਮੀਟਰ। ਤੁਹਾਡਾ ਬੱਚਾ ਮਾੜਾ ਕੰਮ ਕਰਕੇ ਆਏ, ਸਾਡਾ ਬੱਚਾ ਹੈ, ਬੇਗਾਨੇ ਦਾ ਬੱਚਾ ਦੁਸ਼ਮਣ, ਬੁਰਾ ਹੈ। ਕਿਉਂ ਬਈ? ਬੱਚੇ ਹੀ ਨੇ, ਭਾਵੇਂ ਆਪਣਾ ਭਾਵੇਂ ਬੇਗਾਨਾ। ਜੇ ਨਿਮਰਤਾ ਮਨ ਵਿੱਚ ਆ ਗਈ, ਵੈਰ ਨਹੀਂ ਕੋਈ। ਗੁਰੂ ਨਾਨਕ ਸਾਹਿਬ ਕਹਿੰਦੇ ਸਿੱਧੋ ਤੁਸੀਂ ਤੇ ਸਾਡੇ ਨਾਲ ਟੱਕਰਾਂ ਮਾਰਦੇ ਫਿਰਦੇ ਵੀ ਬਾਬੇ ਨਾਨਕ ਨੂੰ ਚੇਲਾ ਬਣਾ ਦੇਣਾ ਗੋਰਖ ਦਾ, ਇਹਦੇ ਕੋਲ ਕਰਾਮਾਤਾਂ ਸਾਡੇ ਤੋਂ ਘੱਟ ਹੋਣਗੀਆਂ। ਸਾਹਿਬ ਕਹਿੰਦੇ ਵੈਰ ਕਿਉਂ, ਵਿਰੋਧ ਕਿਉਂ? ਅਸੀਂ ਤੇ ਨਿਮਰਤਾ ਰੱਖੀ, ਤੁਸੀਂ ਵੀ ਸਾਨੂੰ ਪਿਆਰੇ ਲੱਗਦੇ ਹੋ। ਸਤਿਨਾਮ। ਇੱਕ ਵਾਰ ਵੀ ਨਹੀਂ ਗੁਰੂ ਸਾਹਿਬ ਨੇ ਕਿਹਾ ਵੀ ਗੋਰਖਾ ਮੈਨੂੰ ਤੇਰੇ ਆ ਚੇਲੇ ਨਹੀਂ ਵਧੀਆ ਲੱਗਦੇ, ਆ ਮੈਨੂੰ ਚੰਗੇ ਨਹੀਂ ਲੱਗਦੇ। ਭਾਵੇਂ ਉਹ ਹੰਕਾਰੀ ਨੇ, ਫੇਰ ਵੀ ਕੁਝ ਦਾ ਸੱਦਾ ਕਬੂਲ ਕੇ ਉਹਨਾਂ ਵਿਚਕਾਰ ਬੈਠੇ ਨੇ। ਹਰ ਖੋਨ ਹੈ ਨੀਰਜਿਉ ਕੰਜ ਰਹਾਈ। ਸਤਿਗੁਰੂ ਕਹਿੰਦੇ ਭਾਈ ਅਸੀਂ ਏਦਾਂ ਖੁਸ਼ ਆ ਪਰਿਵਾਰ ਵਿੱਚ, ਜਿਵੇਂ ਕਵਲ ਦਾ ਫੁੱਲ ਚਿੱਕੜ ਵਿੱਚ ਰਹਿ ਕੇ ਖਿੜਿਆ ਹੀ ਰਹਿੰਦਾ ਹੈ। ਜੋ ਸਾਡੇ ਵਾਂਗੂ ਸੋਚਣ ਲੱਗ ਜੇ ਹਾਏ ਹਾਏ ਤੇ ਚਿੱਕੜ ਹੈ, ਗੰਦਗੀ ਹੈ, ਸਮੈਲ ਆਉਂਦੀ ਹੈ, ਮੈਂ ਇੱਥੇ ਕੀ ਕਰਦਾ ਕੱਲਾ, ਫਿਰ ਤੇ ਉਦਾਸ ਆ। ਸਾਹਿਬ ਕਹਿੰਦੇ ਸਾਡੇ ਜੀਵਨ 'ਚ ਉਦਾਸੀ ਨਹੀਂ, ਮਤਲਬ ਲੜਾਈ ਝਗੜਾ ਨਹੀਂ, ਲੋਕਾਂ ਚਾਰੂ ਨਫ਼ਰਤ ਨਹੀਂ ਕਿਸੇ ਦਾ। ਪਾਤਸ਼ਾਹ ਕਹਿੰਦੇ ਅਸੀਂ ਆਨੰਦ 'ਚ ਰਹਿੰਦੇ ਹਾਂ ਗ੍ਰਸਤ ਵਿੱਚ। ਗੁਰੂ ਕਾ ਸਿੱਖ ਗ੍ਰਸਤ ਵਿੱਚ ਕਿਵੇਂ? ਜਿਵੇਂ ਕਹਿੰਦੇ ਜਿਉ ਕਵਲ ਰਹਿ ਵਿੱਚ ਪਾਣੀ ਹੈ। ਰਾਗ ਮਾਰੂ ਜੀ ਸਾਹਿਬ ਕਿਰਪਾ ਕਰਦੇ ਆ। ਐਸਾ ਗ੍ਰਸਤ ਵਿੱਚ ਸਿੱਖ ਵਸਦਾ ਏ। ਕਹਿੰਦੇ ਉਹ ਯੋਗੀ ਵੀ ਹੈ, ਭੋਗੀ ਵੀ ਹੈ। ਗ੍ਰਸਤ ਵਿੱਚ ਯੋਗ ਕਰਵਾਈਏ, ਪਰਿਵਾਰ ਵਿੱਚ ਰਹਿ ਕੇ। ਗ੍ਰਸਤ ਦਾ ਮਤਲਬ ਕੀ ਹੈ? ਪੂਰਾ ਪਰਿਵਾਰ। ਇਹ ਨਹੀਂ ਹੁਣ ਇਹਦਾ ਮਤਲਬ ਵੀ ਤੁਸੀਂ ਵਿਆਹੇ ਹੋ, ਤੁਸੀਂ ਗ੍ਰਸਤੀ ਦੇ ਹੋ, ਅਸੀਂ ਗ੍ਰਸਤੀ ਨਹੀਂ। ਜਿਹਦੇ ਘਰ ਭੈਣ ਹੈ, ਮਾਂ ਹੈ, ਪਿਤਾ ਹੈ, ਉਹ ਵੀ ਗ੍ਰਸਤੀ ਹੈ। ਮਤਲਬ ਗ੍ਰਸਤ ਦਾ ਭਾਵ ਹੁੰਦਾ ਸਮੁੱਚਾ ਪਰਿਵਾਰ ਮੰਡਲ, ਉਹਨੂੰ ਕਹਿੰਦੇ ਗ੍ਰਸਤ। ਫਿਰ ਮਹਾਰਾਜ ਨੇ ਇਹ ਵੀ ਕਹਿਤਾ, ਕਹਿੰਦੇ ਜੇ ਇਹਨਾਂ 'ਚ ਵੜ ਗਿਆ ਨਾ ਬਹੁਤਾ, ਪੁੱਤਰ ਕਲਤਰ ਗ੍ਰਸਤ ਕਾ ਫਾਸਾ ਹੋਣ ਨਾ ਪਾਈਐ ਰਾਮ ਕੇ ਦਾਸਾ। ਕਹਿੰਦੇ ਜੇ ਇਸ ਗ੍ਰਸਤੀ ਦੇ ਚੱਕਰਾਂ 'ਚ ਪੁੱਤਰ ਕਲਤਰ ਨਾਮ ਹੈ ਪਤਨੀ ਦਾ, ਪੁੱਤ ਤੇ ਪਤਨੀ ਦੇ ਮੋਹ 'ਚ ਫਸ ਗਿਆ ਨਾ, ਫਿਰ ਤੂੰ ਰੱਬ ਦਾ ਸੇਵਕ ਕਦੇ ਵੀ ਨਹੀਂ ਬਣ ਸਕਦਾ। ਸਤਿਨਾਮ। ਦੂਜੇ ਪਾਸੇ ਸਾਹਿਬ ਕਹਿੰਦੇ ਆ ਭਾਈ ਜਿਉ ਕਬਲ ਰਹਿ ਵਿੱਚ ਪਾਣੀ ਹੈ। ਗ੍ਰਸਤੀ ਏਡਾ ਵੱਡਾ ਹੈ, ਪਰ ਵੱਡਾ ਕਦੋਂ ਹੈ? ਜੇ ਚਿੱਕੜ ਵਿੱਚ ਕਵਲ ਦਾ ਫੁੱਲ ਮੈਲਾ ਨਹੀਂ ਹੁੰਦਾ, ਖੁਸ਼ਬੂ ਬਖੇਰਨੀ ਬੰਦ ਨਹੀਂ ਕਰਦਾ, ਖਿੜਨੋਂ ਹਟਦਾ ਨਹੀਂ। ਉਹਨੂੰ ਪਤਾ ਮੇਰੀ ਯਾਰੀ ਸੂਰਜ ਨਾਲ ਆ, ਮੈਂ ਚਿੱਕੜ ਤੋਂ ਕੀ ਲੈਣਾ। ਮੇਰਾ ਯਾਰ ਸੂਰਜ ਏਡਾ ਵੱਡਾ, ਉਹਨੇ ਇੱਕ ਦਿਨ ਚਿੱਕੜ ਵੀ ਸੁਕਾ ਦੇਣਾ। ਹਾਂ, ਐਡਾ ਭਰੋਸਾ। ਸਤਿਗੁਰੂ ਕਹਿੰਦੇ ਸਾਡਾ ਵਿਸ਼ਵਾਸ ਅਕਾਲ ਪੁਰਖ ਤੇ ਹੈ। ਅਸੀਂ ਗ੍ਰਸਤੀ ਹਾਂ, ਭੋਗੀ ਹਾਂ, ਅਸੀਂ ਜੀਵਨ ਦੇ ਵਿੱਚ ਯੋਗੀ ਹਾਂ। ਜੰਝਾਰ ਕਾਰ ਪ੍ਰਕਾਸ਼ ਮਿਟੇ, ਗੁਰ ਕੋ ਮਿਲ ਉਜਲ ਬੁੱਧ ਸਹਾਈ। ਗੁਰੂ ਨੂੰ ਮਿਲ ਕੇ ਸਾਡੀ ਮਤ ਉਜਲੀ ਹੋ ਗਈ ਹੈ, ਸਵੱਛ ਹੋ ਗਈ ਹੈ। ਸਾਹਿਬ ਕਹਿੰਦੇ ਅਸੀਂ ਵਿਕਾਰਾਂ ਦੇ ਜੰਜਾਲ ਕੱਟ ਤੇ ਚਾਨਣ ਹੋ ਗਿਆ, ਅੰਦਰ ਜਾਲ ਚੋਂ ਨਿਕਲ ਗਏ। ਜਦੋਂ ਤੱਕ ਗੁਰੂ ਜੀਵਨ ਵਿੱਚ ਨਹੀਂ ਨਾ, ਉਦੋਂ ਤੱਕ ਗ੍ਰਸਤ ਵੀ ਨਰਕ ਹੈ, ਬਿਲਕੁਲ ਨਰਕ ਹੈ। ਜਿੱਦਣ ਜੀਵਨ 'ਚ ਗੁਰੂ ਆਇਆ, ਕੱਲਾ ਗੁਰੂ ਨਹੀਂ, ਗੁਰੂ ਦੀ ਮੱਤ ਆ ਗਈ। ਮੱਤ ਕਿਹੜੀ? ਉਜਲ। ਉਜਲ ਮੱਤ ਗੁਰੂ ਦੀ ਵੀ ਕਿਸੇ ਨਾਲ ਵੈਰ ਵਿਰੋਧ ਹੀ ਨਹੀਂ ਰੱਖਣਾ, ਨਾ ਕੋ ਵੈਰੀ ਨਹੀਂ ਬਿਗਾਨਾ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਸਾਡੀ ਮੱਤ ਤੇ ਭਾਈ ਗੁਰੂ ਦੀ ਮੱਤ ਹੈ। ਹੁਣ 2 ਤਰ੍ਹਾਂ ਦੀ ਮੱਤ ਹੈ ਨਾ ਜੀ, ਇੱਕ ਮਨ ਮੱਤ,
ਇੱਕ ਗੁਰਮਤਿ। ਗੁਰਮਤਿ ਕਿਹੜੀ ਹੈ? ਗੁਰੂ ਦੀ ਮੱਤ। ਵੀ ਗੁਰੂ ਨੇ ਕਿਹਾ ਆ ਪਹਿਨਣਾ ਆ ਨਹੀਂ ਪਹਿਨਣਾ, ਇਹ ਹੈ ਗੁਰੂ ਦੀ ਮੱਤ। ਆ ਖਾਣਾ ਆ ਨਹੀਂ ਖਾਣਾ। ਇੱਕ ਹੈ ਮਨ ਮੱਤ, ਮੈਂ ਜੋ ਮਰਜ਼ੀ ਪਹਿਨਾ, ਮੈਂ ਜੋ ਮਰਜ਼ੀ ਖਾਵਾਂ, ਤੈਨੂੰ ਕੀ। ਫਰਕ ਪੈ ਗਿਆ ਨਾ ਦੋਨੇ ਚੀਜ਼ਾਂ ਦਾ। ਸਤਿਗੁਰ ਕਹਿੰਦੇ ਗੁਰੂ ਦੀ ਮੱਤ ਨੇ ਸਾਨੂੰ ਉੱਜਲ ਬਣਾਇਆ, ਐਸੀ ਮੱਤ ਬਣ ਗਈ। ਅਰਦਾਸ ਕਰਦੇ ਆ, ਐਸੀ ਮੱਤ ਦੀਜੈ ਮੇਰੇ ਠਾਕੁਰ ਸਦਾ ਸਦਾ ਤੁਧ ਧਿਆਈ, ਤੁਮ ਕਰੋ ਦਇਆ ਮੇਰੇ ਸਾਈ। ਅਰਦਾਸ ਕੀਤੀ ਆ, ਰੱਬਾ ਮੇਰਿਆ ਇਹ ਮੱਤ ਮੈਨੂੰ ਦਈ, ਮੈਂ ਤੈਨੂੰ ਧਿਆਵਾਂ। ਇਹੋ ਜਿਹੀ ਮੱਤ ਨਾ ਦਈ ਮੈਂ ਲੋਕਾਂ ਦੇ ਸਿਫਤਾਂ ਕਰਦਾ ਤੇ ਲੋਕਾਂ ਨੂੰ ਗਾਲਾਂ ਕੱਢਦਾ ਫਿਰਾਂ। ਇੰਨਾ ਵਕਤ ਨਹੀਂ ਹੈ ਜ਼ਿੰਦਗੀ 'ਚ। ਕਿਰਪਾ ਕਰੀ ਮੈਂ ਤੇਰੇ ਗੁਣਾਂ ਨੂੰ ਗਾਈ ਜਾਵਾਂ। ਗੋਰਖ ਤੋ ਸੰਗ ਹੋ ਸਭ ਹੀ ਸਿੱਧ, ਦੇਵੋਗੇ ਉਪਦੇਸ਼ ਬਣਾਏ। ਸਤਿਗੁਰਾਂ ਨੂੰ ਕਹਿੰਦਾ ਸੀ ਨਾ ਗੋਰਖ ਤੋਂ ਉਪਦੇਸ਼ ਲੈ ਲਓ। ਹੱਸ ਕੇ ਮਰਦ ਕਹਿੰਦੇ ਗੋਰਖ ਦੇ ਸਣੇ ਸਾਰੇ ਸਿੱਧਾਂ ਨੂੰ ਮੱਤ ਦੇ ਕੇ ਜਾਵਾਂਗੇ। ਦੱਸ ਵੇ ਰੋੜਾ ਉਹ ਮਰਦ ਵੱਲ ਵੇਖੇ ਤੇ ਗੋਰਖ ਵੀ ਚੁੱਪ ਚਪੀਤਾ ਬੈਠਾ ਵੀ ਮੇਰਾ ਨਾਂ ਲੈ ਕੇ ਗਿਆ। ਸਤਿਗੁਰ ਕਹਿੰਦੇ ਮੱਤ ਦੇ ਕੇ ਜਾਵਾਂਗੇ, ਬੰਦੇ ਬਣਾ ਕੇ ਜਾਵਾਂਗੇ ਤੁਹਾਨੂੰ, ਕਿਉਂਕਿ ਬੰਦੇ ਤੇ ਹੈ ਹੀ ਨਹੀਂ, ਉਹ ਬੰਦਿਆਂ ਵਾਲਾ ਕੰਮ ਹੀ ਨਹੀਂ ਕਰਦੇ। ਸਤਿਗੁਰਾਂ ਉਹਨਾਂ ਦਾ ਕੀ ਵਿਗਾੜਿਆ, ਤੇ ਮਰਦ ਦੇ ਮਗਰ ਲੱਗ ਗਏ। ਜੇ ਭਲੇ ਪੁਰਸ਼ਾਂ ਨਾਲ ਸਿੱਧ ਬੁਰਾਈ ਕਰ ਸਕਦੇ ਆ ਤੇ ਤੂੰ ਮੈਂ ਕੀ ਚੀਜ਼ਾਂ ਸੀ ਜੀ। ਆਮ ਲੋਕ ਕੀ ਹੋਣਗੇ ਉਹਨਾਂ ਵਾਸਤੇ, ਜਿਹੜੇ ਗੁਰੂ ਨਾਨਕ ਸਾਹਿਬ ਨੂੰ ਸਿੱਧਾ ਕਹੀਏ ਬਖਸ਼ਦੇ ਨਹੀਂ, ਉਹਨਾਂ ਨੂੰ ਘੇਰ ਘੇਰ ਕੇ ਲਿਆਉਂਦੇ ਆ, ਲੜਦੇ ਫਿਰਦੇ ਆ ਵੀ ਗੋਰਖ ਨੂੰ ਮੰਨੋ। ਉਹ ਬਾਕੀ ਦੁਨੀਆਦਾਰੀ ਤੇ ਵਿਚਾਰੀ ਡਰਦੀ ਫਿਰਦੀ ਸਿੱਧਾ। ਸਤਿਗੁਰੂ ਕਹਿੰਦੇ ਮੱਤ ਤੁਹਾਨੂੰ ਵੀ ਲੋੜ ਹੈ, ਤੁਹਾਡੇ ਗੁਰੂ ਨੂੰ ਵੀ ਦੇਾਂਗੇ। ਦੋਹਰ ਪੁਨ ਗੋਰਖ ਸਮਝੀਦੇ, ਅਦ ਕਬੇ ਭੂਤ ਦਿਖਾਏ। ਗੋਰਖਨਾਥ ਨੇ ਜਦੋਂ ਸੁਣਿਆ ਨਾ, ਸੁਣ ਕੇ ਅੰਦਰੋਂ ਤੇ ਜਾਣਦਾ ਵੀ ਮੁਕਾਬਲਾ ਕੋਈ ਨਹੀਂ, ਪਰ ਬੰਦਾ ਨਾ ਮਰਦਾ ਕੀ ਨਹੀਂ ਕਰਦਾ। ਹਰ ਵੇਲੇ ਬੰਦਾ ਕੋਸ਼ਿਸ਼ ਕਰਦਾ। ਸਾਨੂੰ ਪਤਾ ਹੁੰਦਾ ਵੀ ਸਾਡਾ ਗਵਾਂਢੀ ਵੱਧ ਜ਼ੋਰ ਵਾਲਾ ਕਰਤੇ, ਅਸੀਂ ਉਹਦਾ ਕੁਛ ਨਹੀਂ ਸਕਦੇ। ਫਿਰ ਕੀ ਹੈ, ਬੁੜਬੁੜ ਤੇ ਕਰ ਹੀ ਸਕਦੇ ਆ, ਗੇਟ 'ਚ ਖੜ ਕੇ ਵੱਧ ਘੱਟ ਬੋਲ ਹੀ ਸਕਦੇ ਆ, ਸੁਣਾਉਣਾ ਹੀ ਅਗਲੇ ਨੂੰ ਵੀ ਡਰਦਾ ਰਹੂ ਅਗਲਾ ਸਾਡੇ ਤੋਂ। ਪਰ ਇਹਨਾਂ ਸਾਨੂੰ ਪਤਾ ਹੈ ਵੀ ਉਹਦੀ ਪਿੱਠ ਕਿੱਥੇ ਲੱਗਦੀ, ਉਹ ਕੌਣ ਹੈ। ਪਰ ਅਸੀਂ ਡਰਾਬਾ ਰੱਖਣਾ ਚਾਹੁੰਦੇ ਹਾਂ। ਅਸੀਂ ਕਿਉਂ ਚੁੱਕੀਏ ਜੀ ਕਿਸੇ, ਸਾਨੂੰ ਕੀ ਲੋੜ ਹੈ ਸਮਝਣ ਵਾਸਤੇ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਝੁਕਾਉਣ ਵਾਸਤੇ ਨਾ ਇਹ ਬੇਈਮਾਨੀ ਕਰਦਾ ਗੋਰਖ। ਕਹਿੰਦਾ ਕੋਈ ਗੱਲ ਨਹੀਂ, ਜੇ ਮੈਂ ਵਿਚਾਰਾਂ 'ਚ ਨਹੀਂ ਹਰਾ ਸਕਦਾ, ਮੈਂ ਭਰਮਾ ਤੇ ਸਕਦਾ ਹੀ ਆ ਨਾ। ਭਰਮਣਾ ਭਰਮਾਉਣਾ ਕੀ ਹੈ? ਤੁਸੀਂ ਕਿਸੇ ਬੰਦੇ ਤੋਂ ਜਿੱਤ ਨਹੀਂ ਸਕਦੇ ਹੋ। ਕੋਈ ਬਹੁਤਾ ਚੰਗਾ ਬੰਦਾ, ਲੋਕ ਉਹਦੀ ਸਿਫਤ ਕਰਦੇ, ਉਹਨੂੰ ਇੰਨਾ ਕੁ ਭਰਮਾ ਦਿਓ, ਇੰਨਾ ਕੁ ਦਿਮਾਗ ਭਰ ਦਿਓ ਵੀ ਪੁੱਠਾ ਹੀ ਬੋਲਣ ਲੱਗ ਜਾਓ, ਲੋਕਾਂ ਮੱਤ ਮਰ ਜਾਂਦੀ ਆ। ਫਿਰ ਇੱਕ ਸੋਚੇ ਗੋਰਖ ਵੀ ਕਿਉਂ ਨਾ ਮੈਂ ਗੁਰੂ ਨਾਨਕ ਪਾਤਸ਼ਾਹ ਨੂੰ ਭਰਮਾ ਦਿਆਂ, ਭਰਮ 'ਚ ਪਾ ਦਿਆਂ। ਕਾਹਦਾ ਭਰਮ? ਵਿਭੂਤੀ ਦਾ, ਮਾਇਆ ਦਾ। ਵੀ ਮਾਇਆ ਦੀ ਐਸੀ ਖੇਡ ਵਰਤਾਵਾਂ, ਇਹ ਜਿਹੜੀ ਕਹਿੰਦੀ ਹੈ ਨਾ ਵੀ ਸਾਡੀ ਮੱਤ ਉੱਜਲ ਹੈ, ਸਾਡੇ ਕੋਲ ਗੁਰੂ ਦੀ ਮੱਤ ਹੈ, ਰੱਬ ਦੀ ਮੱਤ ਹੈ। ਕਹਿੰਦੇ ਮੱਤ ਤੇ ਹੁਣੀ ਮਾਰੀ ਜਾਣੀ ਹੈ। ਚਲੋ ਤੇ ਗੁਰੂ ਨਾਨਕ ਸਾਹਿਬ ਨੇ ਨਾ, ਆਪਾਂ ਹੋਈਏ ਨਹੀਂ ਮਰੀ ਉਹ ਮੱਤ। ਲੈ ਤੁਸੀਂ ਤੁਰੇ ਜਾਓ ਗੁਰਦੁਆਰੇ ਤੋਂ ਵੀ ਮੈਂ ਬੜਾ ਸਬਰ ਸੰਤੋਖੀ, ਮੈਂ ਵਿੱਚ ਹੀ ਹਾਂ, ਮੈਂ ਕਿਹੜਾ ਬਾਹਰ। ਆਪਾਂ ਗੱਲ ਕਰੀਏ ਤੇ ਸਾਨੂੰ ਸੈੱਟ ਲੱਭਦੇ ਹੀਰਿਆਂ ਦੇ ਹਾਰ ਦਾ। ਸੱਚੀ ਦੱਸਿਓ, ਥਾਣੇ ਦੇਣ ਜਾਓਗੇ ਕਿ ਘਰੇ ਲੈ ਕੇ ਜਾਓਗੇ? ਇਹ ਤੇ ਮੈਨੂੰ ਲੱਗਦਾ ਮੈਂ ਗੱਲ ਬਹੁਤ ਵੱਡੀ ਕਹਿਤੀ। ਇੱਥੇ ਤੇ ਕਿਸੇ ਨੂੰ 100 ਦਾ ਨੋਟ ਲੱਭ ਜੇ ਬੰਦਾ ਉਹ ਨਹੀਂ ਛੱਡਦਾ, ਉਹ ਨਹੀਂ ਛੱਡਦਾ। ਫਿਤਰਤ ਹੈ ਮਨੁੱਖ ਦੀ। ਵੱਡੇ ਵੱਡੇ ਧਰਮੀ ਤੇ ਸੰਤੋਖੀ ਡੋਲਦੇ ਵੇਖੇ ਮਾਇਆ ਪਿੱਛੇ ਲੜਦੇ ਵੇਖੇ। ਅੱਜ ਵੀ ਤੇ ਇਹੀ ਕੁਛ ਹੈ, ਧਰਮਾਂ ਚੋਂ ਮਾਇਆ ਕੱਢ ਤੋਂ ਪਿੱਛੇ ਕੱਖ ਨਹੀਂ ਰਹਿਣਾ। ਲੜਾਈ ਹੋਈ ਦੀ ਹੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਆਖਦੇ ਸਿੱਧੋ ਤੁਹਾਨੂੰ ਮੱਤ ਦੇ ਕੇ ਜਾਵਾਂਗੇ। ਉਹ ਸਿੱਧ ਸਤਿਗੁਰਾਂ ਵੱਲ ਵੇਖਦਾ ਵੀ ਇਹ ਗੱਲਾਂ ਬੜੀਆਂ ਕਰਦੇ ਆ, ਗਹਿਰੀਆਂ ਗਹਿਰੀਆਂ। ਤੇ ਗੋਰਖਨਾਥ ਸੋਚਦਾ ਵੀ ਮੈਂ ਕੋਈ ਐਸੀ ਖੇਡ ਵਰਤਾ ਦਿਆਂ, ਮੇਰਾ ਨਾਮ ਬਾਰ-ਬਾਰ ਨਾ ਲੈਣਾ ਸਤਿਨਾਮ। ਘੜੀ ਦੇਣੇ ਕਹਿ ਦਿੰਦੇ ਆ ਵੀ ਗੋਰਖ ਨੂੰ ਮੱਤ ਦੇਾਂਗੇ, ਇਹ ਕਹਿ ਦਿੰਦੇ ਆ ਗੋਰਖ ਨੂੰ ਮੱਥਾ ਟੇਕੋ। ਗੁਰੂ ਸਾਹਿਬ ਅੰਤਰਜਾਮੀ ਸੀ। ਸਤਿਗੁਰਾਂ ਨੇ ਗੋਰਖਨਾਥ ਦੀ ਮਨਸ਼ਾ ਇੱਕਦਮ ਜਾਣ ਲਈ। ਆਨੋ ਨਿਜ ਮਾਰਗ ਵਿਖੇ, ਮਨ ਹੈ ਲਭਾਏ। ਹੁਣ ਚੇਲਿਆਂ ਤੇ ਜ਼ੋਰ ਲਾ ਲਿਆ ਵੀ ਗੋਰਖ ਨੂੰ ਗੁਰੂ ਕਹੋ, ਤੇ ਹੁਣ ਗੁਰੂ ਵੀ ਤੇ ਵਿਚਾਰਾ ਜ਼ੋਰ ਲਾਊਗਾ ਵੀ ਮੈਂ ਕੁਛ ਕਹਾਵਾਂ, ਕੁਛ ਕਰਕੇ ਵਿਖਾਵਾਂ, ਤਾਂ ਹੀ ਮੰਨਣਗੇ ਨਾ। ਉਹਨੇ ਸੋਚਿਆ ਵੀ ਇਹਨਾਂ ਨੂੰ ਗੁਰੂ ਨਾਨਕ ਸਾਹਿਬ ਨੂੰ ਭਾਵ ਮੈਂ ਆਪਣੇ ਮਾਰਗ 'ਚ ਲੈ ਕੇ ਆਉਣਾ। ਵੀ ਇਹ ਕਦੋਂ ਦੇ ਸਾਡੇ ਨਾਲ ਲੱਗੇ ਹੋਏ ਬਚਨ ਵਿਲਾਸ ਕਰਨ, ਕਿੰਨੇ ਦਿਨ ਇਹਨਾਂ ਨੂੰ ਆਇਆ ਨੂੰ ਹੋ ਗਏ ਵੀ ਚਲੋ ਥੱਕ ਟੁੱਟ ਗਏ ਹੋਣੇ, ਹੁਣ ਮੈਂ ਇਹਨਾਂ ਨੂੰ ਡਰਾ ਦੇਵਾਂ, ਥੋੜਾ ਕਰਾਮਾਤ ਵਿਖਾ ਦੇ। ਆਪਣੀ ਆਈ ਤੇ ਆ ਗਿਆ ਗੋਰਖਨਾਥ। ਉਹਨੇ ਉਸੇ ਵੇਲੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਬੜੇ ਪਿਆਰ ਨਾਲ ਆਵਾਜ਼ ਮਾਰੀ ਹੈ। ਖੱਪਰ ਦਿੱਤਾ ਨਾਥ ਨੇ,
ਬਾਲੇ ਤਾਲ ਬਿਲੋਕ। ਗੁਰੂ ਸਾਹਿਬ ਨੂੰ ਕੋਲ ਬੁਲਾ ਕੇ ਕਹਿੰਦਾ ਬਾਲਕੋ ਨਾਨਕ ਜੀ ਇੱਧਰ ਆਇਓ। ਗੁਰੂ ਪਾਤਸ਼ਾਹ ਕਹਿੰਦੇ ਜੀ ਆਏ। ਦੇਖੋ ਕਿੱਡੇ ਮਿੱਠੇ ਬੋਲੇ ਸਾਹਿਬ ਲਾਉਂਦੇ। ਭਾਵੇਂ ਗੋਰਖਨਾਥ ਗੁਰੂ ਸਾਹਿਬ ਦੇ ਸਾਹਮਣੇ ਤੇ ਕੱਖ ਵੀ ਹੈ ਨਹੀਂ। ਕੱਖ ਤੋਂ ਭਾਵ ਇੱਕ ਬ੍ਰਹਿਮੰਡ ਦਾ ਮਾਲਕ ਹੈ, ਇੱਕ ਥੋੜੇ ਮੋਟੇ ਰਾਜੇ ਮਹਾਰਾਜਿਆਂ ਦਾ ਮਾਲਕ ਹੈ ਤੇ ਕੁਛ ਨਹੀਂ ਨਾ। ਪਰ ਇਹ ਥੋੜੀ ਆ ਵੀ ਜੇ ਅਸੀਂ ਵੱਡੇ ਹੋ ਗਏ ਤੇ ਜੀ ਜੀ ਕਹਿਣੋਂ ਹਟ ਜੀਏ, ਸਤਿਕਾਰ ਛੱਡ ਦਈਏ। ਤੁਸੀਂ ਜਿੱਡੇ ਵੱਡੇ ਹੋ ਕੇ ਕਿਸੇ ਛੋਟੇ ਬੰਦੇ ਨੂੰ ਵੀ ਨਿਮਰਤਾ 'ਚ ਜੀ ਕਹਿ ਕੇ ਬੁਲਾਓਗੇ ਨਾ, ਉਹਦੇ ਦਿਲ ਵਿੱਚ, ਉਹਦੀ ਜ਼ਿੰਦਗੀ 'ਚ ਤੁਹਾਡੇ ਲਈ ਸਤਿਕਾਰ ਵੱਧ ਜਾਂਦਾ ਹੈ। ਉਹਦਾ ਜੀ ਕਰਦਾ ਮੈਂ ਤੁਹਾਡੇ ਤੋਂ ਕੁਰਬਾਨ ਹੋ ਜਾ, ਤੁਹਾਡੇ ਪੈਰੀ ਹੱਥ ਲਾ ਦਿਆਂ। ਉਹ ਅਸੀਂ ਤੇ ਉਖੜੇ ਕੁਹਾੜੇ ਵਾਂਗੂ ਪੈਂਦੇ ਹਾਂ। ਅਸੀਂ ਕਿਹੜੀਆਂ ਗੱਲਾਂ ਗੁਰਮਤੀਆਂ ਕਰਦੇ, ਸੜੇ ਫਿਰਦੇ ਹਾਂ ਅਸੀਂ ਜਿੰਨੇ ਲੋਕ ਹਾਂ। ਸੱਚੀ ਗੱਲ ਹੈ ਜੀ। ਗੁਰੂ ਬਚਾਵੇ ਕਿਤੇ ਅੰਦਰ ਮਿਠਾਸ ਆ ਜੇ, ਨਿਮਰਤਾ ਆ ਜੇ। ਉਹਦੇ ਬਾਰੇ ਸਤਿਗੁਰ ਕਹਿੰਦੇ ਮਿੱਠਤ ਨੀਵੀ ਨਾਨਕਾ ਗੁਣ ਚਰਿਆਈਆਂ ਤਤ ਬਾਣੀ ਕਹਿੰਦੀ ਹੈ। ਮਿੱਠਤ ਨੀਵੀਂ ਹੈ। ਜੇ ਨੀਵਾਂ ਪਾਣੀ ਅੰਦਰ ਆ ਗਿਆ, ਮਿਠਾਸ ਆ ਗਈ। ਕਹਿੰਦੇ ਗੁਣ ਬੜੇ ਨੇ, ਚੰਗਿਆਈਆਂ ਬੜੀਆਂ ਨੇ, ਤਤ ਸਿਧਾਂਤ ਹੈ। ਗੁਰੂ ਬਾਬਾ ਜੀ ਨੂੰ ਉਹਨੇ ਖੱਪਰ ਦਿੱਤਾ। ਖੱਪਰ ਸਮਝਦੇ ਹੋ ਜੀ? ਖੋਪਰੀ ਟਾਈਪ। ਕਹਿੰਦੇ ਨਾਥ ਜੀ ਆਖਦੇ ਆ ਗੋਰਖਨਾਥ ਬਾਲਿਆ, ਆ ਨੇੜੇ ਇੱਕ ਤਲਾਬ ਹੈ ਬਰਫ਼ ਤੇ ਸੁਮੇਰ ਪਰਬਤ ਤੇ, ਜਾ ਉੱਥੋਂ ਪਾਣੀ ਭਰ ਲਿਓ। ਕਿੱਡੀ ਚਲਾਕੀ ਖੇਡਦਾ ਗੋਰਖਨਾਥ। ਉਹਨੂੰ ਪਤਾ ਹੈ। ਤੁਸੀਂ ਇਹ ਦੱਸੋ ਜੀ, ਬਰਫ਼ਾਂ ਉੱਤੇ ਪਾਣੀ ਦੀਆਂ ਝੀਲਾਂ ਰਹਿੰਦੀਆਂ, ਤਲਾਬ ਰਹਿੰਦੇ ਆ? ਦੂਰ ਦੀ ਗੱਲ ਛੱਡੋ, ਹੇਮਕੁੰਟ ਸਾਹਿਬ ਆਪਾਂ ਚਲੇ ਜਾਈਏ, 6 ਮਹੀਨੇ ਸਰੋਵਰ ਵੀ ਜੰਮਿਆ ਹੁੰਦਾ ਹੈ। ਹੁਣ ਜਾ ਕੇ ਵੇਖੀਏ ਏਰੀਅਲ ਵਿਊ, ਪਤਾ ਹੀ ਨਹੀਂ ਲੱਗਦਾ ਸਰੋਵਰ ਸਾਹਿਬ ਹੈ ਕਿੱਥੇ ਹੈ। ਹੌਲੀ ਹੌਲੀ ਜਦੋਂ ਮੌਸਮ ਤਬਦੀਲ ਹੁੰਦਾ ਹੈ, ਗਲੇਸ਼ੀਅਰ ਪਿਘਲਦੇ ਆ, ਸੰਗਤਾਂ ਦੀ ਆਮਦ ਹੁੰਦੀ ਆ, ਮਨੁੱਖਾ ਸਰੀਰ ਜਾਂਦੇ ਆ ਉੱਥੇ, ਤੇ ਹੌਲੀ ਹੌਲੀ ਪਿਘਲਣੀ ਸ਼ੁਰੂ। ਫਿਰ ਵੀ ਸਰੋਵਰ ਜੰਮਿਆ ਹੀ ਹੁੰਦਾ ਇੱਕ ਅੱਧਾ ਪਾਸਾ। ਪਰ ਸੁਮੇਰ ਪਰਬਤ ਜਿੱਥੇ ਪਾਣੀ ਨਾਮ ਦੀ ਚੀਜ਼ ਕੋਈ ਨਹੀਂ, ਉਹ ਛਲ ਕਰਕੇ ਕਪਟ ਕਰਕੇ ਸਤਿਗੁਰਾਂ ਨੂੰ ਖੱਪਰ ਦਿੰਦਾ ਹੈ। ਤੇ ਗੁਰੂ ਸਾਹਿਬ ਉੱਠ ਕੇ ਆ ਗਏ। ਭਾਈ ਬਾਲਾ ਜੀ ਕਹਿੰਦੇ ਸਾਨੂੰ ਸਮਝ ਨਾ ਆਈ ਵੀ ਮਰਦ ਕਿਉਂ ਜਾ ਰਹੇ ਆ। ਦੇਖੋ ਇੱਕ ਛੋਟਾ ਜਿਹਾ ਬੰਦਾ ਹੈ ਗੋਰਖਨਾਥ, ਰੱਬ ਅੱਗੇ, ਗੁਰੂ ਅੱਗੇ ਜੀ, ਵੈਸੇ ਤੇ ਬਹੁਤ ਵੱਡਾ ਹੈ। ਕਹਿੰਦਾ ਜਾ ਪਾਣੀ ਭਰ ਕੇ ਲਿਆ। ਹੁਣ ਮੈਂ ਕਹਿੰਦਾ ਕੋਈ ਮੈਨੂੰ ਆਖੇ ਵੀ ਜਾ ਪਾਣੀ ਲਿਆ, ਮੈਂ ਤੇ ਬਾਬਾ ਯਾਰ ਕਥਾ ਵਾਚਕ, ਮੈਥੋਂ ਪਾਣੀ ਮੰਗ ਲਿਆ, ਇਹ ਕੋਈ ਬੰਦਾ ਇਹ? ਨਾ ਨਾ, ਤੂੰ ਸ਼ੁਕਰ ਕਰ, ਤੈਨੂੰ ਕਿਸੇ ਨੇ ਇਸ ਲਾਇਕ ਸਮਝਿਆ, ਤੈਨੂੰ ਕਿਸੇ ਨੇ ਸੇਵਾ ਦਾ ਮੌਕਾ ਦਿੱਤਾ। ਇੰਨੇ ਜ਼ਿੰਦਗੀ 'ਚ ਨੀਵੇਂ ਹੋ ਜਾਓ। ਕੋਈ ਰਾਹ ਤੁਰਿਆ ਜਾਂਦਾ ਵੀ ਕੰਮ ਕਹਿੰਦਾ ਹਾਂਜੀ ਦੱਸੋ ਹੀ ਨਾ ਮੈਂ ਕੌਣ, ਮੈਂ ਕੀ ਆ, ਮੈਂ ਤੇ ਕੁਛ ਵੀ ਨਹੀਂ, ਪੱਲੇ ਕੱਖ ਵੀ ਨਹੀਂ ਹੁੰਦਾ ਮੈਂ ਇਹਦੇ ਤੇ। ਜਿੰਨੇ ਨੀਵੇਂ ਰਹੋਗੇ ਉਨੇ ਮਹਾਨ ਹੋਵੋਗੇ, ਉਨੇ ਵੱਡੇ ਹੋਵੋਗੇ। ਗੁਰੂ ਨਾਨਕ ਸਾਹਿਬ ਨੂੰ ਕਹਿੰਦੇ ਜਾ, ਏਦਾਂ ਹੀ ਬੋਲਦਾ, ਬਾਲਿਆ ਮਤਲਬ ਬੱਚਿਆ, ਬਾਲਕਾ ਪਾਣੀ ਭਰ ਲਿਆ। ਗੁਰੂ ਸਾਹਿਬ ਨੇ ਖੱਪਰ ਫੜ ਲਿਆ ਜੀ, ਜਿਹੜੀ ਚਿੱਪੀ ਹੁੰਦੀ ਉਹਨਾਂ ਦੀ ਪਾਣੀ ਪੀਣ ਵਾਲੀ। ਕਹਿੰਦੇ ਛੇਤੀ ਜਾਈ, ਛੇਤੀ ਮੁੜ ਕੇ ਆ ਜਾਈ। ਪਾਣੀ ਅਨ ਹੋ ਤਹਾਂ ਤੇ ਪੂਜੇ ਸਦਾ ਅਸ਼ੋਕ। ਕਹਿੰਦੇ ਉਹ ਥਾਂ ਤੇ ਜਾਇਓ ਜਿੱਥੇ ਅੰਮ੍ਰਿਤ ਦਾ ਕੁੰਡ ਭਰਿਆ ਪਿਆ। ਸੁਮੇਰ ਪਰਬਤ ਦੇ ਨੇੜੇ ਇੱਕ ਛੋਟੀ ਜੀ ਝੀਲ ਹੈ, ਛੋਟਾ ਜਿਹਾ ਤਲਾਅ ਹੈ, ਜਿੱਥੇ ਜਿੱਥੇ ਬਰਫ਼ ਦਾ ਪਿਘਲਿਆ ਪਾਣੀ, ਜਿਹਨੂੰ ਅੰਮ੍ਰਿਤ ਮੰਨਦੇ। ਸ਼ਾਇਦ ਆਪ ਜੀ ਨੂੰ ਯਾਦ ਹੋਵੇ ਜਦੋਂ ਸਤਿਗੁਰੂ ਸੁਮੇਰ ਪਰਬਤ ਵੱਲ ਗਏ, ਰਸਤੇ 'ਚ ਇੱਕ ਨਦੀ ਆਉਂਦੀ ਸੀ, ਜਿਸ ਨਦੀ ਤੇ ਪਾਣੀ ਭਾਈ ਮਰਦਾਨਾ ਜੀ ਨੇ ਪੀਤਾ। ਕਹਿੰਦੇ ਬਾਬਾ ਮੇਰੀ ਤੇ ਭੁੱਖੀ ਮਰ ਗਈ। ਉਹਦਾ ਜ਼ਿਕਰ ਕਰਦਾ ਵੀ ਉਹਦੇ ਨੇੜੇ ਜਾਓ, ਅਸ਼ੋਕ ਗਮ ਤੋਂ ਰਹਿਤ ਇੱਕ ਪਾਣੀ ਦਾ ਤਲਾਬ ਹੈ, ਉਹਦੇ 'ਚੋਂ ਪਾਣੀ ਭਰ ਕੇ ਲੈ ਕੇ ਆਓ, ਨਾਲੇ ਕੁਝ ਆਪ ਛਕ ਲਿਓ, ਨਾਲੇ ਮੈਨੂੰ ਛਕਾ ਦਿਓ। ਜੇ ਹੁਣ ਗੁਰੂ ਨਾਨਕ ਸਾਹਿਬ, ਮੰਨ ਲਓ ਆਪਾਂ ਆਪਣੀ ਸੋਚ ਕੇ ਵੇਖੀਏ ਵੀ ਕੋਈ ਸਾਡੇ ਵਰਗਾ ਹੁੰਦਾ, ਉਹਨੇ ਤੇ ਜਵਾਬ ਦੇਣਾ ਸੀ, ਲੈ ਓਏ ਮੈਂ ਕਲਗੀਧਰ ਦਾ ਸਿੱਖ ਜੋਗੀਆ, ਤੈਨੂੰ ਪਾਣੀ ਪਿਲਾਵਾਂ, ਤੂੰ ਕੌਣ ਆ ਓਏ? ਤੁਸੀਂ ਇੱਥੇ ਫਿਰਦੇ ਅਹੰਕਾਰੇ। ਨਹੀਂ, ਸਿੱਖ ਸਭ ਧਰਮਾਂ ਦਾ ਸਤਿਕਾਰ ਕਰਦਾ, ਸਭ ਨੂੰ ਪਿਆਰ ਕਰਦਾ ਹੈ। 4 ਦਰਵਾਜ਼ੇ ਸੱਚਖੰਡ ਹਰਿਮੰਦਰ ਸਾਹਿਬ ਤੇ ਤਾਈਓ ਰੱਖੇ ਹੋਏ ਆ। ਹਿੰਦੂ ਮੁਸਲਮਾਨ ਕੋਈ ਵੀ ਆ ਜਾਏ, ਉਹੋ ਜਿਹਾ ਹੀ ਪਿਆਰ ਹੋਣਾ ਚਾਹੀਦਾ ਜਿਹੋ ਜਿਹਾ ਅਸੀਂ ਆਪਣੇ ਭਰਾ ਨਾਲ ਕਰਦੇ ਹਾਂ, ਉੱਦਾਂ ਦੀ ਸਤਿਕਾਰ, ਉਹੋ ਜਿਹਾ ਹੀ ਪਿਆਰ। ਤੇ ਗੁਰੂ ਬਾਬਾ ਜੀ ਅੰਦਰ ਜੇ ਮਾੜਾ ਮੋਟਾ ਕੁਝ ਹੁੰਦਾ, ਕਿਉਂ ਜਾਂਦੇ ਵੀ ਸਿੱਧਾਂ ਕੋਲੇ ਵੀ ਅਸੀਂ ਸਿੱਧਾਂ ਤੋਂ ਕੀ ਲੈਣਾ, ਵੀ ਸਾਡਾ ਕੀ ਕੰਮ ਕਰਾਂ, ਬੈਠੇ ਬੈਠੇ ਰਹਿਣ ਦਿਓ, ਅਸੀਂ ਇੱਧਰ ਪ੍ਰਚਾਰ ਕਰਦੇ ਹਾਂ ਆਪਣਾ। ਨਹੀਂ, ਉੱਥੇ ਗਏ ਸਮਝਾਉਣ ਵੀ ਬੰਦੇ ਚੰਗੇ ਆ, ਧਰਮ ਵੀ ਚੰਗਾ ਹੈ, ਬਸ ਕੁਰਾਹੇ ਪਏ ਹੋਏ ਆ, ਟੇਢੇ ਰਾਹ ਪਏ ਹੋਏ ਆ। ਮਰਦ ਨੂੰ ਨੇ ਖੱਪਰ ਫੜਾਤਾ। ਸਤਿਗੁਰ ਕਹਿੰਦੇ ਜੀ ਕਿੰਨੇ ਕੁ ਦੂਰ ਹੈ? ਕਹਿੰਦੇ ਸੁਮੇਰ ਪਰਬਤ ਦੀ ਅਗਲੀ ਘਾਟੀ ਤੇ ਹੈ। ਕਹਿੰਦੇ ਜੀ ਸਤਿਗੁਰ। ਤੇ ਗੋਰਖਨਾਥ ਖੁਸ਼ ਹੈ, ਹੱਸਦਾ ਹੈ, ਅੰਦਰੋਂ ਅੰਦਰ ਮੁਸਕਰਾਉਂਦਾ ਹੈ ਵੀ ਮੇਰੀ ਕਲਾ ਅੱਗੇ ਇਹ ਭਰਮ ਜਾਣਗੇ। ਮਤਲਬ ਇੰਨਾ ਕਮਾਣ ਆ ਆਪਣੇ ਆਪ ਤੇ ਵੀ ਮੈਂ ਜਗਤ ਗੁਰੂ ਨਾਨਕ ਸਾਹਿਬ ਤਪਾ ਜੀ ਨੂੰ
ਡੁਲਾ ਦਿਆਂਗਾ। ਲੇਕਰ ਗਮਨੇ ਤਾਲ ਢਿਗ, ਮਾਨਕ ਲਾਲ ਵਿਸਾਲ। ਸਤਿਗੁਰੂ ਸੱਚੇ ਪਾਤਸ਼ਾਹ ਖੱਪਰ ਲੈ ਕੇ ਤੁਰ ਪਏ ਜੀ। ਦੇਖੋ ਰੱਬ ਆਪ ਤੁਰਿਆ, ਇਹ ਕੋਈ ਇੱਕ ਵਾਰ ਨਹੀਂ ਹੋਇਆ, ਬੜੀ ਵਾਰ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਜੀਵਨ ਦੀ ਕਥਾ ਤੁਸੀਂ ਸੁਣੀ ਹੋਈ ਹੈ। ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਸਤਿਗੁਰੂ ਕੀ ਕਰਦੇ ਸੀ, ਸੁਣਿਆ ਕਦੇ ਆਪ ਜੀ ਨੇ? ਜਦੋਂ ਸੰਗਤਾਂ ਨੇ ਆਉਣਾ ਨਾ, ਰਾਤ ਨੂੰ ਮੂੰਹ ਬੰਨ੍ਹ ਕੇ, ਕੱਪੜੇ ਬਦਲ ਕੇ, ਪੁਰਾਣੇ ਜੇ ਪਾ ਕੇ ਸੰਗਤਾਂ ਦੇ ਜੋੜੇ ਸਾਫ਼ ਕਰਦੇ, ਕੱਪੜੇ ਧੋਣੇ ਸੰਗਤਾਂ ਦੇ। ਗੁਰੂ ਸਾਹਿਬ ਨੇ ਆਪ ਜਾ ਕੇ ਭੋਜਨ ਤਿਆਰ ਕਰਨਾ। ਸਤਿਗੁਰਾਂ ਦੇ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਮਾਤਾ ਜੀ ਨਾਲ ਹੁੰਦੀ ਸੀ, ਉਹਨਾਂ ਜਾ ਕੇ ਭੋਜਨ ਪਕਾਉਣਾ, ਸਤਿਗੁਰਾਂ ਵੰਡਣਾ। ਕਦੇ ਵੀ ਨਹੀਂ ਦੱਸਿਆ ਸੀ ਗੁਰੂਆਂ। ਨਾਲ ਬਾਬਾ ਬੁੱਢਾ ਜੀ ਰਲ ਜਾਂਦੇ ਸੀ। ਨਿਮਰਤਾ ਦੀ ਸੇਵਾ, ਇਹ ਹੁੰਦੀ ਅਸਲ ਸੇਵਾ। 10ਵੇਂ ਪਾਤਸ਼ਾਹ ਦਾ ਜੀਵਨ ਪੜ੍ਹ ਲਓ, ਸਤਿਗੁਰੂ ਆਪ ਲੰਗਰਾਂ 'ਚ ਸੇਵਾ ਕਰਦੇ ਸੀ, ਨੀਵੇਂ ਹੋ ਕੇ। ਪਤਾ ਹੀ ਨਹੀਂ ਸੀ ਲੱਗਦਾ ਕਿਸੇ ਨੂੰ ਵੀ ਗੁਰੂ ਸਾਹਿਬ ਫਿਰ ਰਹੇ ਹੈ। ਰਾਤ ਵੇਲੇ ਉਹ ਸੇਵਾ ਜਿਹਨੂੰ ਕੋਈ ਨਹੀਂ ਕਰਦਾ। ਸੇਵਾ ਕਿਹੜੀ ਹੈ? ਗੁਰੂ ਘਰ ਦੇ ਬਾਥਰੂਮ ਸਾਫ਼ ਕਰੋ, ਇਹ ਹੈ ਸੇਵਾ। ਇਹਨੂੰ ਸੇਵਾ ਕਹਿੰਦੇ ਆ। ਇਹ ਨਹੀਂ ਵੀ ਜਿੱਥੇ ਇੱਕ ਨੇ ਪਾਣੀ ਦੀ ਬਾਲਟੀ ਡੋਲਤੀ ਉੱਥੇ ਵਾਹਿਗੁਰੂ ਵਾਹਿਗੁਰੂ ਮੈਂ ਵੀ ਡੋਲਦਾ। ਸੇਵਾ ਸੇਵਾ ਉਹ ਜਿੱਥੇ ਕੋਈ ਨਹੀਂ ਕਰਦਾ। ਜਿੱਥੇ ਕੂੜਾ ਕਰਕਟ ਕਿਤੇ ਦਿਸਦਾ ਗੁਰੂ ਘਰ ਦੇ ਨੇੜੇ ਸਾਫ਼ ਕਰਦੇ, ਉਹ ਸੇਵਾ ਹੈ। ਜਿਹਨੂੰ ਵੇਖੋ ਸਾਰੇ ਭਾਂਡਿਆਂ 'ਚ ਵੜ ਜਾਂਦੇ ਆ, ਜਿਹਨੂੰ ਵੇਖੋ ਸਾਰੇ ਝਾੜੂ ਚੱਕੀ ਫਿਰਦੇ ਆ, ਬਾਕੀ ਸੇਵਾ ਨਹੀਂ। ਅਸਲ ਸੇਵਾ ਉਹ ਹੈ ਜਿਹਨੂੰ ਕਰਦੇ ਆ ਤੁਹਾਨੂੰ ਕੋਈ ਦੇਖੇ ਹੀ ਨਾ, ਪਤਾ ਹੀ ਨਾ ਲੱਗੇ ਕਿਸੇ ਨੂੰ। ਤੇ ਸਾਡਾ ਤੇ ਝਾੜੂ ਫੜ ਕੇ ਆਈ ਨਹੀਂ ਪਤਾ ਲੱਗਦਾ ਵੀ ਬੰਦਾ ਸੇਵਾਦਾਰ ਆ, ਆਮ ਆਦਮੀ ਪਾਰਟੀ ਦਾ ਹੈ। ਆ ਚੁੱਕ ਚੁੱਕ ਬਖਾਉਂਦੇ ਫਿਰਦੇ। ਜਗਤ ਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਖੱਪਰ ਲੈ ਕੇ ਕਦਮ 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 ਚੱਲਦੇ ਹੋਏ ਤਲਾਬ ਕੋਲੇ ਆਏ ਨਾ। ਅੱਗੇ ਕੀ ਵੇਖਦੇ? ਕਹਿੰਦੇ ਤਲਾਬ 'ਚ ਪਾਣੀ ਨਹੀਂ ਸੀ। ਹੀਰੇ ਮੋਤੀ ਜਵਾਹਰਾਤ ਸੋਨਾ ਚਮਕਾ ਮਾਰਦਾ ਹੈ। ਪੰਨੇ ਜਵਾਹਰ ਲਾਲ ਮੂੰਗੇ ਸਿੱਪੀਆਂ, ਪਤਾ ਨਹੀਂ ਕੀ ਉਸ ਤਲਾਬ 'ਚ ਪੀਣਾ। ਸਤਿਗੁਰਾਂ ਨੇ ਨਾ ਖੱਪਰ ਰੱਖਦਾ, ਬਹਿ ਗਏ ਤਲਾਬ ਦੇ ਪੱਥਰ ਤੇ, ਹੱਸ ਪਏ ਵੇਖ ਕੇ। ਕਹਿੰਦੇ ਵਾਹ ਓਏ ਗੋਰਖਾ, ਕਮਾਲ ਕਰਦੀ। ਦੇਖੋ ਨਿੰਦਿਆ ਨਹੀਂ, ਨੀਵਾਂ ਬਾਨੀ। ਅਸੀਂ ਤੇ ਕਿਸੇ ਦੀ ਸੋਹਣੀ ਗੱਡੀ ਵੇਖ ਸੜ ਜਾਂਦੇ ਆ, ਕਿਸੇ ਦੀ ਤਰੱਕੀ ਵੇਖ ਸੜ ਜਾਂਦੇ ਆ, ਕਿਸੇ ਦੇ ਕੱਪੜੇ ਵੇਖ ਸਾਨੂੰ ਗਸ਼ ਪੈਂਦਾ। ਅਸੀਂ 4 ਦਿਨ ਬੁਲਾਉਂਦੇ ਹੀ ਨਹੀਂ ਵੀ ਲਾਈਟ ਨਾ ਸੋਹਣਾ ਕੋਟ ਪਾਈ ਫਿਰਦਾ ਕਿੱਥੋਂ ਹੈ। ਹੁੰਦਾ ਨਾ ਕਿ ਸਾਰਿਆਂ 'ਚ ਹੀ ਹੈ। ਗੁਰੂ ਬਚਾਵੇ, ਕੰਮ ਨਾ ਕਰੀਏ ਕਰਦੇ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਰਾਮਾਤ ਗੋਰਖਨਾਥ ਦੀ ਵੇਖੀ, ਇੱਕ ਵਾਰ ਵੀ ਅੰਦਰੋਂ ਕ੍ਰੋਧ ਨਹੀਂ ਕੀਤਾ ਵੀ ਗੋਰਖਨਾਥ ਇਹ ਕੀ ਕਰਦਾ ਸਾਡੇ ਨਾਲ, ਵੀ ਉਹਦਾ ਕਰਮ ਉਹਨੇ ਕਰਨੇ। ਹੱਸ ਪਏ ਬਾਜ, ਕਹਿੰਦੇ ਵਾਹ ਓਏ ਗੋਰਖਾ, ਕਮਾਲ ਕਰਦੀ ਹੈ ਤੂੰ। ਆ ਸੁਮੇਰ ਪਰਬਤ ਦੀ ਧਰਤੀ, ਸੋਨੇ ਦੀ ਧਰਤੀ ਤੇ ਹੀਰੇ ਮੋਤੀ ਜਵਾਹਰਾਤ ਪੰਨੇ ਮੂੰਗੇ ਇਹਦਾ ਸਰੋਵਰ ਭਰਿਆ ਏ। ਪੂਰਨ ਸਰ ਅਵਲੋਕ ਕੇ ਠਾਂਡੇ ਰਹੇ ਕਿਰਪਾਲ। ਕਿੰਨੀ ਦੇਰ ਸਤਿਗੁਰੂ ਉਸ ਤਲਾਬ ਤੇ ਰੁਕੇ ਰਹੇ, ਹੱਸੀ ਜਾਣ ਹੱਸੀ ਜਾਣ। ਦੇਖੋ ਕੋਈ ਬੁਰਾ ਖਿਆਲ ਨਹੀਂ ਆਇਆ। ਇੱਥੇ ਤੇ ਆਪਣੇ ਸਮਾਜ ਵਿੱਚ ਕੋਈ ਪਾਠੀ ਸਾਈਕਲ ਤੋਂ ਸਕੂਟਰ ਤੇ ਆ ਜੇ, ਸਕੂਟਰ ਵਾਲਾ ਕਾਰ ਤੇ ਆ ਜੇ, ਕਹਿੰਦੇ ਲੁੱਟ ਲਈ ਹੋਣੀ ਗੋਲਕ, ਇੱਥੇ ਲੁਟੇਰੇ ਆ। ਧਰਮ ਵਾਲੇ ਪਾਸੇ ਸਾਡੀ ਆਹ ਸੋਚ ਹੈ, ਆਹ ਹਾਲਤ ਹੈ ਸਾਡੀ। ਤੇ ਫਿਰ ਕਿੱਥੇ ਧਰਮ ਤਰੱਕੀ ਕਰੂਗਾ? ਅਸੀਂ ਗੁਰਸਿੱਖਾਂ ਦਾ ਸਤਿਕਾਰ ਨਹੀਂ ਕਰ ਸਕਦੇ, ਗੁਰਮੁਖਾਂ ਦੀ ਇੱਜ਼ਤ ਨਹੀਂ ਕਰ ਸਕਦੇ। ਜੇ ਦੇ ਨਹੀਂ ਸਕਦੇ, ਕਮ ਸੇ ਕਮ ਸਤਿਕਾਰ ਤੇ ਕਰੀਏ। ਕਿਸੇ ਪਾਠੀ ਗ੍ਰੰਥੀ ਨੂੰ ਅਸੀਂ ਚੰਗਾ ਨਹੀਂ ਕਹਿ ਸਕਦੇ ਤੇ ਬੁਰਾ ਵੀ ਨਾ ਕਹੀਏ। ਚਾਹੇ ਕੋਈ ਪੰਡਤ ਹੈ, ਚਾਹੇ ਕੋਈ ਮੁੱਲਾ ਹੈ, ਸਿਫਤ ਕਰੀਏ ਸਦਾ ਜਿਹੜਾ ਰੱਬ ਨਾਲ ਜੁੜਿਆ ਹੈ। ਐਵੇਂ ਨਹੀਂ ਕੋਈ ਜੁੜ ਜਾਂਦਾ। ਸਾਡੀਆਂ ਔਲਾਦਾਂ ਘਰੇ ਬੈਠੀਆਂ ਨੇ, ਕੋਈ ਕਿਤੇ ਘੁੰਮਦਾ ਹੈ, ਆਉਂਦਾ ਕੋਈ ਗੁਰਦੁਆਰੇ, ਸੁਣਦਾ ਕੋਈ ਕੀਰਤਨ ਨਹੀਂ ਨਾ। ਤੇ ਫਿਰ ਅਸੀਂ ਨਿੰਦਿਆ ਉਹਨਾਂ ਦੀ ਕਰਦੇ ਹਾਂ ਜਿਹੜੇ ਗੁਰੂ ਘਰ ਨਾਲ ਜੁੜੇ ਹੋਏ ਆ। ਤੇ ਕਿੱਥੇ ਲਿਖਾ ਹੋ ਸਕਦਾ? ਉਹ ਜਿਹੜਾ ਗੁਰੂ ਘਰ ਆਉਣ ਲੱਗ ਗਿਆ, ਉਹ ਕੋਈ ਵੀ ਬੱਚਾ ਹੋਵੇ, ਕੋਈ ਵੀ ਬਜ਼ੁਰਗ ਹੋਵੇ, ਉਹਦੇ ਤੇ ਸਦਾ ਪੈਰਾਂ ਨੂੰ ਨਮਸਕਾਰ ਹੈ। ਐਡੇ ਕਰਮਾਂ ਵਾਲਾ ਜਿਹੜਾ ਸਤ ਸੰਗ ਨਾਲ ਜੁੜਿਆ ਹੋਇਆ। ਕੌਣ ਜੁੜਦਾ ਅੱਜ ਦੇ ਜ਼ਮਾਨੇ 'ਚ? ਦੱਸੋ ਤੇ ਸਹੀ, ਹੈ ਕੋਈ? 100 ਵਾਰ ਕਿਹਾ ਤੋਂ ਬੱਚੇ ਸੰਗਰਾਂਦ ਨੂੰ ਮੱਥਾ ਟੇਕਣ ਨਹੀਂ ਜਾਂਦੇ। ਤੇ ਮਾਪੇ ਨਿੰਦਿਆ ਕਿਹਨਾਂ ਦੀ ਕਰਦੇ ਆ? ਜਿਹੜੇ ਹਰ ਵੇਲੇ ਗੁਰੂ ਦੀ ਸੇਵਾ ਕਰਦੇ ਆ। ਫਿਰ ਲੇਖਾ ਹੋਊਗੇ। ਗੁਰੂ ਸਾਹਿਬ ਨੇ ਕਰਾਮਾਤ ਵੇਖੀ, ਨਿੰਦਿਆ ਨਹੀਂ ਕੀਤੀ ਵੀ ਓਏ ਗੋਰਖਾ ਤੂੰ ਇਹ ਸਾਡੇ ਨਾਲ ਕੀ ਕੀਤਾ ਤੇ ਛਾਲੀ ਆ ਨਾ ਉਹਦੇ ਕਪਟ। ਮਹਾਰਾਜ ਕਹਿੰਦੇ ਵਾਹ ਬੜੀ ਸੋਹਣੀ ਮਾਇਆ ਤੇਰੀ ਭਾਈ। ਆ ਤਲਾਬ ਭਰ ਕੇ ਰੱਖਤਾ ਹੀਰੇ ਮੋਤੀਆਂ ਦੇ ਨਾਲ। ਜੇ ਕੋਈ ਹੋਰ ਯੋਗੀ ਹੁੰਦਾ ਉਹਨੇ ਕਹਿਣਾ ਅਸੀਂ ਝੋਲਾ ਭਰੀਏ ਘਰ ਨੂੰ ਚੱਲਦੇ। ਪਰ ਸਤਿਗੁਰੂ ਹੱਸੀ ਜਾਣ, ਮੁਸਕਰਾਈ ਜਾਣ। ਤੇ ਗੋਰਖਨਾਥ ਟਿੱਲੇ ਤੇ ਬੈਠਾ ਨਾ ਸੁਮੇਰ ਪਰਬਤ ਤੇ ਸਭ ਕੁਝ ਵੇਖ ਰਿਹਾ ਹੈ ਵੀ ਤਪਾ ਜੀ ਦੇ ਅੰਦਰ ਕੀ ਚੱਲ ਰਿਹਾ। ਅੰਤਰਜਾਮੀ ਤੇ ਹੈ ਨਾ ਸਿੱਧਾਂ ਦਾ ਗੁਰੂ।
ਗੁਰੂ ਨਾਨਕ ਸਾਹਿਬ ਮਹਾਰਾਜ ਉੱਥੇ ਵੀ ਗੋਰਖ ਦੀ ਮਹਿਮਾ ਕਰਦੇ ਹਨ। जगमग करत है तहाँ जवाहर पूर। ਕੀਮਤੀ ਹੀਰੇ ਜਵਾਹਰਾਤ ਕਹਿੰਦੇ ਜਗਮਗ ਕਰਦੇ ਆ, ਚਮਕਾਂ ਮਾਰਦੇ ਆ। ਗੁਰੂ ਸਾਹਿਬ ਕਹਿੰਦੇ ਤੇਰੀ ਮਾਇਆ ਬੜੀ ਸੋਹਣੀ ਹੈ। ਵਾਹ, ਸੱਚ ਨੂੰ ਸੱਚ ਕਹਿ ਦਈਏ, ਕਿਸੇ ਦੀ ਸਿਫਤ ਕਰ ਦਈਏ, ਸੱਚੀ ਚਾਪਲੂਸੀ ਵਾਲੀ ਨਹੀਂ, ਚਮਚਾਗਿਰੀ ਵਾਲੀ ਨਹੀਂ, ਸਪਸ਼ਟ ਸਹੀ ਨੂੰ ਸਹੀ ਕਹਿ ਦਈਏ। ਕੀ ਜਾਂਦਾ ਹੈ, ਗਲਤ ਨੂੰ ਗਲਤ ਕਹਿ ਦਈਏ, ਕੀ ਡਰ ਕਿਸੇ ਦਾ। ਗੁਰੂ ਨਾਨਕ ਸਾਹਿਬ ਕਹਿੰਦੇ ਵਾਹ ਓਏ ਗੋਰਖਾ, ਚਮਕਾਂ ਦਮਕਾਂ ਮਾਰਦਾ ਤਲਾਬ ਤੇਰਾ, ਹੀਰੇ ਮੋਤੀ ਖਜ਼ਾਨੇ ਭਰੇ ਪਏ ਨੇ। ਗੋਰਖ ਕੋ ਛਲ ਜਾਣ ਕੇ ਹਟਿਆਏ ਜਗਮੂਰ। ਜਗਤ ਦੇ ਮਾਲਕ ਸਤਿਗੁਰੂ ਇੱਕ ਵੀ ਸ਼ਬਦ ਮਾੜਾ ਨਹੀਂ ਕਿਹਾ ਉਹਨਾਂ ਨੇ ਵੀ ਲੈ ਮੈਨੂੰ ਭੇਜ ਤਾਂ ਇੱਥੇ ਪਾਣੀ ਹੈ ਨਹੀਂ। ਸਤਿਗੁਰੂ ਵਾਪਸ ਹੋ ਪਏ ਖੱਪਰ ਲੈ ਕੇ, ਜਾਣ ਕੇ ਅੰਦਰੋਂ ਵੀ ਇਹ ਗੋਰਖਨਾਥ ਦਾ ਛਲ ਹੈ, ਉਹਦਾ ਕਪਟ ਹੈ। ਕਾਹਦੇ ਲਈ ਕਪਟ ਹੈ? ਝੁਕਾਉਣ ਵਾਸਤੇ। ਗੁਰੂ ਬਾਬਾ ਜੀ ਹੱਸਦੇ ਹੱਸਦੇ ਨਾ ਮੁਸਕਰਾਉਂਦੇ ਖੱਪਰ ਲੈ ਕੇ ਸੁਮੇਰ ਪਰਬਤ ਤੇ ਆ ਗਏ। ਤੇ ਗੋਰਖਨਾਥ ਵੇਖੇ, ਉਹਨੂੰ ਇਹ ਲੱਗਦਾ ਸੀ ਵੀ ਹੀਰੇ ਮੋਤੀ ਵੇਖ ਕੇ ਨਾ ਭਰਮ ਜਾਣਗੇ, ਖੱਪਰ ਭਰ ਲੈਣਗੇ, ਜੇਬਾਂ ਭਰ ਲੈਣਗੇ, ਇਹ ਤੇ ਮੱਥੇ ਟੇਕਦੇ ਫਿਰਨਗੇ। ਵਾਹ ਗੁਰੂ ਗੋਰਖ ਕਮਾਲ ਕਰਤੀ, ਤੂੰ ਤੇ ਏਡਾ ਦਾਨੀ ਹੈ, ਇੰਨਾ ਅਮੀਰ, ਤੇਰੇ ਤੇ ਤਲਾਬ ਭਰੇ ਪਏ ਸੋਨੇ ਚਾਂਦੀ ਨਾਲ। ਲੋਕੀ ਵੇਖਦੇ ਆ। ਅੱਜ ਦੇ ਸਮੇਂ ਪਖੰਡਗੀ ਨੂੰ ਕਹਿੰਦੇ ਆ, ਇੱਕ ਬੰਦਾ ਉੱਠ ਕੇ ਧਰਮੀ ਬਣ ਜੇ, ਹੱਥ ਪੈਰ ਸੋਨੇ ਨਾਲ ਭਰੇ ਹੋਣ, ਮੈਂ ਕਹਿੰਦਾ ਲੋਕ ਕੁਛ ਨਹੀਂ ਦੇਖਦੇ, ਮੱਥਾ ਟੇਕ ਜਾਂਦੇ ਭੱਜ ਕੇ ਵੀ ਪੈਸਾ ਬੜਾ ਹੈ, ਅਮੀਰ ਬੜਾ ਹੈ, ਧਨਾੜ ਬੜਾ ਹੈ, ਵੱਡੇ ਵੱਡੇ ਲੋਕ ਮੱਥਾ ਟੇਕਦੇ। ਇਹਦਾ ਵੇਖ ਲਓ ਵੀ ਬੰਦਗੀ ਹੈ ਕਿ ਨਹੀਂ ਹੈ, ਸੇਵਾ ਹੈ ਕਿ ਨਹੀਂ ਹੈ, ਜੀਵਨ ਹੈਗਾ ਕਿ ਨਹੀਂ ਹੈਗਾ। ਬਸ ਇਹ ਦੇਖਣਾ ਹੈ। ਵੱਡੇ ਵੱਡੇ ਮੰਤਰੀ ਜਾਂਦੇ ਆ ਜੀ, ਵੱਡੇ ਵੱਡੇ ਲੋਕ ਜਾਂਦੇ ਆ। ਬਈ ਏਦਾਂ ਥੋੜਾ ਧਰਮ ਚੱਲਦੇ ਆ। ਧਰਮ ਕੀ ਹੈ? ਧਰਮ ਹੈ ਸੱਚ, ਸੱਚ ਨੂੰ ਸੱਚ ਕਹਿ ਦੇਣਾ। ਗੁਰੂ ਸਾਹਿਬ ਆ ਗਏ, ਆ ਕੇ ਬੜੇ ਅਦਬ ਨਾਲ ਉਹਨਾਂ ਨੇ ਖੱਪਰ ਫੜਾਇਆ, ਨਿੰਦਿਆ ਨਹੀਂ ਕੀਤੀ। ਤੇ ਆਪਾਂ ਹੁੰਦੇ ਮਾਰਨਾ ਸੀ ਚਲਾ ਕੇ ਵੀ ਜਦੋਂ ਤੈਨੂੰ ਪਤਾ ਹੈ ਦੁਕਾਨ ਬੰਦ ਹੈ, ਕਿਉਂ ਭੇਜਿਆ ਮੈਨੂੰ, ਚੱਕ ਆਪਣੇ ਪੈਸੇ ਅੱਗੋਂ ਨਾ ਕਹੀਂ ਮੈਨੂੰ, ਮੈਂ ਨਹੀਂ ਜਾਂਦਾ ਹੁੰਦਾ ਆਪਣੇ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਬੜੇ ਸਤਿਕਾਰ ਸਹਿਤ ਕੋਲੇ ਲਿਆ ਕੇ ਖੱਪਰ ਰੱਖਤਾ, ਹੱਸੀ ਜਾਣ ਮੁਸਕਰਾਈ ਜਾਣ। ਤੇ ਗੋਰਖ ਮਰਦ ਵੱਲ ਵੇਖੇ ਵੀ ਲੈ ਕੇ ਕੁਝ ਵੀ ਨਹੀਂ ਆਏ, ਇਹਨਾਂ ਦੇ ਅੰਦਰ ਕੋਈ ਖਿਆਲ ਵੀ ਆਇਆ ਨਹੀਂ। ਕਹਿਓ ਆਨ ਤਹ ਨੀਰ ਨਹਿ ਖੱਪਰ ਲਿਹੋ ਸੰਭਾਲ। ਗੁਰੂ ਸਾਹਿਬ ਦੇ ਬਚਨ ਪਤਾ ਕੀ ਸੀ? ਸਭ ਕੁਝ ਜਾਣਦੇ ਹੋਏ ਵੀ ਅਣਜਾਣ ਬਣੇ ਹੋਏ ਨੇ। ਆ ਕੀ ਹੈ? ਇਹ ਤੋਂ ਵੱਡੀ ਕਰਾਮਾਤ ਕੀ ਆਖੋ ਸਤਿਨਾਮ। ਇਹ ਵੀ ਇੱਕ ਕਰਾਮਾਤ ਹੈ। ਸਾਡਾ ਤੇ ਜ਼ੋਰ ਲੱਗਿਆ ਹੁੰਦਾ ਸੀ, ਕਿਸੇ ਵਿਆਹ ਤੇ ਵੀ ਚਲੇ ਜਾਈਏ ਦੱਸਣਾ ਹੁੰਦਾ ਵੀ ਮੈਂ ਕੌਣ ਆ, ਮੇਰੀ ਕਿਹਦੇ ਨਾਲ ਪਿੱਠ ਲੱਗਦੀ, ਮੇਰਾ ਰਿਸ਼ਤੇਦਾਰ ਕੌਣ ਆ। ਇਹ ਟਾਈਮ ਵੇਸਟ ਕਰਦੇ ਹਾਂ ਅਸੀਂ। ਤੇ ਬੜੇ ਗੁਰਮੁਖ ਬੰਦਗੀ ਵਾਲੇ ਇਹ ਹੁੰਦੇ ਆ, ਉਹ ਕਿਤੇ ਪਾਰਟੀ 'ਚ ਵੀ ਬੈਠੇ, ਵਿਆਹ 'ਚ, ਉਹ ਆਪਣਾ ਆਪ ਹੀ ਛੁਪਾਈ ਜਾਂਦੇ, ਕਿਸੇ ਨੂੰ ਪਤਾ ਹੀ ਨਾ ਲੱਗ ਜੇ ਅਸੀਂ ਬੰਦਗੀ ਵਾਲੇ ਆ, ਸੇਵਾ ਵਾਲੇ ਆ। ਕਿਉਂ? ਜੇ ਪਤਾ ਲੱਗ ਗਿਆ ਉਹ ਸਿਫਤ ਕਰੂਗਾ, ਸਾਡੇ ਕਰਮ ਲੈ ਜਾਊਗਾ, ਗੁਣ ਲੈ ਜੂ, ਸਾਡੇ ਔਗਣ ਛੱਡ ਜੂ ਆਪਣੇ ਕੋਲੇ। ਗੁਰੂ ਨਾਨਕ ਸਾਹਿਬ ਮਹਾਰਾਜ ਬੜੇ ਪਿਆਰ ਨਾਲ ਖੱਪਰ ਫੜਾ ਕੇ ਕਹਿੰਦੇ, ਲੋ ਮਹਾਂਪੁਰਖੋ, ਤੁਹਾਡੇ ਉਸ ਤਲਾਬ ਦੇ ਵਿੱਚ ਖੱਪਰ ਵਿੱਚ ਭਰਨ ਲਈ ਪਾਣੀ ਹੈ ਨਹੀਂ ਸੀ। ਆਖੋ ਸਤਿਨਾਮ। ਕਿਆ ਧੰਨ ਗੁਰੂ ਨਾਨਕ ਪਾਤਸ਼ਾਹ। ਸੱਚੀ ਇੱਥੇ ਤੇ ਬੱਚੇ ਨੂੰ ਪਾਣੀ ਲੈਣ ਭੇਜ ਦਿਓ, ਅਗਰ ਟੈਂਕੀ ਖਾਲੀ ਹੋਵੇ ਉਹ ਬੋਲ ਪੈਂਦਾ ਆ ਕੇ, ਕਹਿੰਦੇ ਜਦੋਂ ਤੁਹਾਨੂੰ ਪਤਾ ਟੈਂਕੀ 'ਚ ਪਾਣੀ ਨਹੀਂ, ਕਿਉਂ ਗੇੜੇ ਲਵਾਉਂਦੇ ਹੋ, ਮੇਰੇ ਆਪ ਨਹੀਂ ਕਰ ਸਕਦੇ, ਮੋਟਰ ਚਲਾ ਲਿਆ ਕਰੋ ਕਦੇ। ਸਤਿਗੁਰੂ ਬੜੇ ਅਦਬ ਨਾਲ ਕਹਿੰਦੇ ਆ, ਗੋਰਖ ਜੀ ਤੁਹਾਡੇ ਉਸ ਤਲਾਬ ਦੇ ਵਿੱਚ ਸਾਨੂੰ ਪਾਣੀ ਮਿਲਿਆ ਨਹੀਂ। ਬੈਠੇ ਬੋਹਰ ਸਮੀਪ ਹੈ ਸ੍ਰੀ ਗੁਰ ਦੀਨ ਦਿਆਲ। ਦੀਨ ਦਿਆਲ ਸਤਿਗੁਰੂ ਕੋਲ ਬਹਿ ਗਏ। ਗੋਰਖਨਾਥ ਸ਼ਰਮਿੰਦਾ ਕਿਉਂ ਹੋ ਗਿਆ? ਉਹਨੇ ਆਸ ਰੱਖੀ ਸੀ ਵੀ ਬਾਬਾ ਨਾਨਕ ਆ ਕੇ ਕਹੂਗਾ, ਗੋਰਖ ਧੰਨ ਹੈ ਤੂੰ, ਧੰਨ ਤੇਰੀ ਕਮਾਈ, ਧੰਨ ਤੇਰਾ ਉਹ ਸਭ ਕੁਝ ਜੋ ਤੂੰ ਉੱਥੇ ਵਿਖਾਇਆ, ਰਿੱਧੀਆਂ ਸਿੱਧੀਆਂ ਬੜੀਆਂ ਤੇਰੇ ਕੋਲੇ, ਵੀ ਡੋਲ ਜੂਗਾ। ਅਸੀਂ ਡੋਲ ਜਾਂਦੇ ਹਾਂ। ਦੁਨੀਆ ਦਿਖਾਵੇ ਤੇ ਖੁਸ਼ ਆ, ਅਸੀਂ ਦਿਖਾਵਾ ਵੇਖ ਕੇ ਖੁਸ਼ ਹਾਂ। ਫਲਾਣੇ ਕੋਲ ਆਏ, ਫਲਾਣੇ ਕੋਲ ਉਹ ਹੈ, ਉਹਨੇ ਆਹ ਕੀਤਾ, ਨੇ ਵਾਹ ਕੀਤਾ, ਇੱਥੇ ਖੜੀ ਆ ਦੁਨੀਆ। ਗੁਰੂ ਸਾਹਿਬ ਨੇ ਕੁਛ ਵੀ ਨਹੀਂ ਕਿਹਾ ਕਿ ਬਸ ਉਹਨੇ ਪਾਣੀ ਲੈਣ ਭੇਜਿਆ ਕਿ ਕਹਿਤਾ, ਕਹਿੰਦੇ ਪਾਣੀ ਹੈ ਨਹੀਂ। ਸਭ ਜਾਣਦੇ ਆ ਇਹਨੇ ਉੱਥੇ ਕੀਤਾ ਕੀ ਹੋਇਆ ਸੀ, ਕਿਹੜਾ ਸੈਟਅਪ ਲਾਇਆ, ਕਰਾਮਾਤਾਂ ਵਿਖਾਈਆਂ। ਮਹਾਰਾਜ ਨੇ ਇੱਕ ਵਾਰ ਵੀ ਆ ਕੇ ਨਹੀਂ ਕਿਹਾ ਵੀ ਤੂੰ ਧੰਨ, ਤੇਰੀ ਕਰਾਮਾਤ ਧੰਨ। ਇਹੀ ਤੇ ਉਹ ਸੁਣਨਾ ਚਾਹੁੰਦਾ ਸੀ ਵੀ ਜੇ ਜਗਤਨਾਥ ਗੁਰੂ ਨਾਨਕ ਸਾਹਿਬ ਨੇ ਮੈਨੂੰ ਧੰਨ ਕਹਿਤਾ ਨਾ, ਸਮਝ ਲਓ ਮੇਰੇ ਚੇਲੇ ਹੋ ਗਏ। ਆਖੋ ਸਤਿਨਾਮ। ਆਕਾ ਪ੍ਰਸੀ ਆ ਛਲ ਸੀ ਵੀ ਕਿਵੇਂ ਨਾ ਕਿਵੇਂ ਇਹਨਾਂ ਦੇ ਮੂੰਹ ਤੋਂ ਮੈਂ ਆਪਣੀ ਸਿਫਤ ਕਹਾਂ।
ਵਡਿਆਈ ਕਰਾ ਲਾਂ, ਵੀ ਕਹਿਣ ਤੇਰੀਆਂ ਰਿੱਧੀਆਂ ਸਿੱਧੀਆਂ ਬਾਈ ਬੇਸ਼ੁਮਾਰ ਨੇ, ਵਾਹ ਕਮਾਲ ਨੇ। ਕਦੇ ਵੀ ਕਿਸੇ ਦੀ ਹਉਮੈ ਵਾਲੇ ਬੰਦੇ ਦੀ ਸਿਫਤ ਨਾ ਕਰੋ, ਤੁਸੀਂ ਨੁਕਸਾਨ ਕਰ ਰਹੇ ਹੋ ਸਿਫਤ ਕਰਕੇ। ਸਤਿਗੁਰਾਂ ਨੂੰ ਉਹਨੇ ਕੰਮ ਭੇਜਿਆ, ਮਰ ਜਾ ਗਏ, ਪਹਿਲਾਂ ਜਵਾਬ ਨਹੀਂ ਦਿੱਤਾ ਕੰਮ ਤੋਂ, ਫਿਰ ਆ ਕੇ ਕਹਿਤਾ ਪਾਣੀ ਹੈ ਨਹੀਂ। ਗੋਰਖਨਾਥ ਸੁਣਨਾ ਚਾਹੁੰਦਾ ਸੀ, ਜੇ ਇੰਨੇ ਸਿੱਧਾਂ 'ਚ ਗੁਰੂ ਨਾਨਕ ਮੇਰੀ ਸਿਫਤ ਕਰ ਦਿੰਦੇ ਗੱਲ ਹੋਰ ਹੋਣੀ ਸੀ, ਪਰ ਜੋ ਨੇ ਚਾਹਿਆ ਗੁਰਾਂ ਨੇ ਹੋਣ ਨਾ ਦਿੱਤਾ। ਦੋਹਰ ਮਨ ਮੂਖਿਕ ਬਿਲ ਬਾਸਨਾ, ਪਕਰੇ ਕੌਣ ਉਪਾਏ। ਗੋਰਖਨਾਥ ਸ਼ਰਮਿੰਦੇ ਨੇ, ਚੁੱਪਚਾਪ ਬੈਠੇ ਆ, ਕਰਾਮਾਤ ਦਾ ਜ਼ੋਰ ਨਹੀਂ ਚੱਲਿਆ। ਗੁਰੂ ਨਾਨਕ ਸਾਹਿਬ ਮਹਾਰਾਜ ਕਰਾਮਾਤਾਂ ਨੂੰ ਜਰਨ ਵਾਲੇ ਨੇ। ਸਭ ਤੋਂ ਵੱਡਾ ਹੈ ਜਰ ਸ਼ਕਤੀ, ਸਹਿਣਸ਼ੀਲਤਾ ਰੱਖੀ ਮਹਾਰਾਜ ਨੇ। ਅਗਲੇ ਪ੍ਰਸੰਗ ਦੀ ਆਰੰਭਤਾ ਕਰਦੇ ਕਵੀ ਕਹਿੰਦੇ, ਮਨ ਮੇਰਾ ਚੂਹਾ ਏ, ਕਹਿੰਦੇ ਇਹ ਗੁਰੂ ਰੂਪ ਖੁੱਡ 'ਚ ਜੇ ਵੜ ਜੇ ਤੇ ਸਭ ਕੁਝ ਹੀ ਆਪਣਾ ਹੈ, ਪਰ ਜੇ ਇਹ ਮਨ ਇਹ ਚੂਹਾ, ਚੂਹੇ ਦੇ ਵੱਤ ਮਾੜੀਆਂ ਥਾਵਾਂ ਤੇ ਗੈਰਾਂ ਦੀਆਂ ਖੁੱਡਾਂ 'ਚ ਫਿਰਦਾ, ਕਈ ਵਾਰ ਸੱਪ ਵੀ ਡੰਗ ਲੈਂਦੇ ਆ, ਬੁਰਾ ਹਾਲ ਹੋ ਜਾਂਦਾ ਹੈ। ਕਹਿੰਦੇ ਮੈਂ ਆਪਣੇ ਮਨ ਰੂਪ ਚੂਹੇ ਨੂੰ ਗੁਰੂ ਗਿਆਨ ਦੀ ਉਸ ਖੁੱਡ ਦੇ ਵਿੱਚ ਲੈ ਜਾ ਜਿੱਥੇ ਮੈਨੂੰ ਆਪਣੇ ਆਪ ਦੀ ਸੋਝੀ ਹੋ ਜੇ। ਪਾਦ ਸ੍ਰੀ ਗੁਰ ਪ੍ਰੇਮ ਪੱਗ, ਧਿਆਵੋ ਹੈ ਵਥੇ ਵਥਾਏ। ਕਹਿੰਦੇ ਗੁਰੂ ਸਾਹਿਬ ਦੇ ਚਰਨ ਪਾਰੇ ਵੱਤ ਨੇ, ਕਿਉਂਕਿ ਪਾਰਾ ਹਨੇਰੇ 'ਚ ਵੀ ਚਮਕਦਾ ਹੈ। ਕਹਿੰਦੇ ਜੇ ਗੁਰੂ ਦੇ ਚਰਨਾਂ ਦਾ ਪਾਰਾ ਮੇਰੇ ਹਿਰਦੇ ਵਿੱਚ ਆ ਜਾਵੇ, ਮੇਰੇ ਅੰਦਰ ਚਾਨਣ ਹੋ ਜੇ, ਚਾਨਣ ਮੁਨਾਰਾ ਬਣ ਜੇ, ਸਦਾ ਮੈਂ ਆਪਣੇ ਸਤਿਗੁਰਾਂ ਨੂੰ ਬੰਦਨਾ ਕਰਾਂ। ਇਸੇ ਗੁਰੂ ਨਾਨਕ ਪਾਤਸ਼ਾਹ ਜਿਨ੍ਹਾਂ ਦੇ ਪਿਆਰ ਵਿੱਚ ਅੰਦਰ ਦੀ ਸੁਰਤ ਜਾਗਦੀ ਹੈ। ਦੋਹਰਾ ਪਚਿਹਾਰੇ ਸਭ ਹੀ ਜਬੈ, ਕੇ ਵਿਦ ਜੀਤ ਨ ਪਾਏ। ਮਹਾਕਵੀ ਭਾਈ ਸੰਤੋਖ ਸਿੰਘ ਲਿਖਦੇ ਆ, ਤੇ ਉਸ ਵੇਲੇ ਭਾਈ ਬਾਲਾ ਜੀ ਕਹਿੰਦੇ ਸਾਰੇ ਸਿੱਧ ਹਾਰ ਗਏ, ਥੱਕ ਗਏ, ਪਚ ਗਏ। ਇੱਕ ਵੀ ਸਿੱਧ ਗੁਰੂ ਗੋਰਖ ਤੋਂ ਲੈ ਕੇ ਮਛੰਦਰਨਾਥ ਤੱਕ ਗੁਰੂ ਨਾਨਕ ਸਾਹਿਬ ਨੂੰ ਇੱਕ ਸਵਾਲ 'ਚ ਨਹੀਂ ਹਰਾ ਸਕੇ, ਕਿਤੇ ਝੁਕਾ ਨਹੀਂ ਸਕੇ। ਉਹਨਾਂ ਨੂੰ ਲੱਗਦਾ ਹੈ ਵੀ ਇਹਨਾਂ ਨੂੰ ਹਰਾਉਣਾ ਔਖਾ ਨਹੀਂ, ਨਾਮੁਮਕਿਨ ਹੈ। ਗੋਰਖਨਾਥ ਨੇ ਪਹਿਲਾਂ ਵੀ ਚਲਾਕੀ ਕਰਕੇ ਵੇਖ ਲਈ, ਹੁਣ ਵੀ ਕਰ ਲਈ। ਆਪਣੇ ਆਪ ਨੂੰ ਉਹ ਠੱਗਿਆ ਮਹਿਸੂਸ ਕਰਦੇ ਨੇ। ਗੋਰਖ ਚਿੰਤਾ ਤੁਰ ਭਇਓ, ਹੋਵਤ ਬਾਦ ਉਪਾਏ। ਗੋਰਖਨਾਥ ਨਾ ਬੜੀ ਚਿੰਤਾ ਵਿੱਚ ਬੈਠੇ ਆ, ਉਦਾਸ ਜਿਹੇ ਹੋ ਕੇ, ਦਾਲ ਨਿਕਲੀ ਆਪਣੀ। ਅਸੀਂ ਜ਼ੋਰ ਲਾ ਲਿਆ ਗੁਰੂ ਨਾਨਕ ਸਾਹਿਬ ਨੂੰ ਝੁਕਾਉਣ ਵਾਸਤੇ, ਨਾ ਗੱਲਾਂ ਬਾਤਾਂ 'ਚ ਝੁਕਦੇ, ਨਾ ਗਿਆਨ ਵਿੱਚ ਝੁਕਦੇ, ਨਾ ਕਰਾਮਾਤ ਵਿੱਚ ਝੁਕਦੇ, ਨਾ ਛਲ ਕਪਟ ਚਾਹੁੰਦੇ। ਕਈ ਵਾਰ ਹੁੰਦਾ ਕੋਈ ਬੰਦਾ ਬਹੁਤਾ ਚਲਾਕ ਹੈ, ਭਲੋ ਕਪਟ ਕਰੀਏ, ਛਲ ਕਰੀਏ, ਉਹ ਫਸ ਜਾਂਦਾ ਹੈ। ਵੱਡੇ ਵੱਡੇ ਲੋਕ ਮਾਰ ਖਾ ਜਾਂਦੇ ਆ ਛਲ ਕਪਟ ਵਿੱਚ, ਪਰ ਇਹਨਾਂ ਸਾਰਾ ਕੁਝ ਹੀ ਵਰਤ ਲਿਆ। ਅੱਜ ਕਹਿੰਦੇ ਨਾ ਗੋਰਖਨਾਥ ਦੇ ਚਿਹਰੇ ਤੇ ਪੀਲਾਪਣ ਹੈ, ਸਿਕਰੀ ਆਈ ਹੋਈ ਹੈ ਬੁੱਲਾਂ ਤੇ, ਬੜਾ ਖਾਮੋਸ਼ ਜਿਹਾ ਉਦਾਸ ਹੋ ਕੇ ਬੈਠਾ ਏ। ਚੋਪਈ ਬਹੋਰੋ ਸਰਬ ਸਿੱਧ ਮਿਲਿਆ ਏ, ਜੇ ਸ਼ਗਤ ਤਿੰਨ ਜੁਤ ਹੁਤੇ ਭਲਾਏ। ਜਿੰਨੇ ਭੱਜੇ ਸੀ ਇੱਧਰ ਉੱਧਰ ਸਿੱਧ ਸਾਰੇ ਇਕੱਠੇ ਹੋ ਕੇ ਆਪਣੇ ਗੁਰੂ ਕੋਲ ਆ ਗਏ। ਕਹਿੰਦੇ ਗੁਰੂ ਜੀ ਹੁਣ ਕੀ ਕਰੀਏ, ਵੀ ਆਪਾਂ ਜੋ ਕਰਦੇ ਆ ਸਾਡੇ ਸਿਰ ਹੀ ਮੜ ਦਿੰਦੇ ਨੇ। ਆਖੋ ਸਤਿਨਾਮ। ਚੇਲਿਆਂ ਨੂੰ ਗੁਰੂ ਕੋਲ ਆਉਣਾ ਪੈ ਗਿਆ। ਕਹਿੰਦੇ ਮੱਥਾ ਟਿਕਾਉਣ ਦੀ ਗੱਲ ਛੱਡੋ, ਇਹ ਤਰੀਕਾ ਦੱਸੋ ਇਹਨਾਂ ਨੂੰ ਭੇਜੀਏ ਕਿਵੇਂ। ਜਿਹੜੇ ਹੁਣ ਤੱਕ ਤਰਲੇ ਕਰਦੇ ਸੀ ਨਾ ਵੀ ਗੁਰੂ ਨੂੰ ਗੋਰਖ ਗਏ, ਗੋਰਖ ਨੂੰ ਗੁਰੂ ਗਏ, ਪੈਰੀ ਪੈ, ਉਹਨਾਂ ਲਈ ਮੁਸੀਬਤ ਬਣ ਗਈ ਇੱਕ ਭਾਅ ਦੀ, ਵੀ ਜਿਹੜੀ ਗੱਲ ਕਰਦੇ ਆ ਪਰਦੇ ਚੱਕ ਦਿੰਦੇ। ਯਾਰ ਇਹਨਾਂ ਨੂੰ ਭੇਜੋ ਇੱਥੋਂ। ਗੁਰੂ ਜੀ ਕੋਈ ਐਸਾ ਤਰੀਕਾ ਲੱਭੋ ਵੀ ਆਪ ਹੀ ਚਲੇ ਜਾਣ, ਵੀ ਜੇ ਰਹਿ ਗਏ ਤੁਹਾਡਾ ਸਾਡਾ ਧਰਮ ਖਤਰੇ 'ਚ। ਆਖੋ ਸਤਿਨਾਮ। ਵਕਤ ਪੈ ਗਿਆ ਸਿੱਧਾ। ਪਰ ਧਰਮੀ ਸਿੱਧ ਜਿਹੜੇ ਪਿਆਰ ਵਾਲੇ ਸੀ ਉਹ ਬੜੇ ਖੁਸ਼ ਨੇ ਅੰਦਰ। ਕਹਿੰਦੇ ਸ਼ੁਕਰ ਹੈ ਦਾਤਾ, ਤੂੰ ਸਾਡੀ ਪੱਤ ਰੱਖ ਲਈ, ਤੁਸੀਂ ਝੁਕੇ ਨਹੀਂ ਤੇ ਸਾਨੂੰ ਨੀਵੇਂ ਹੋਣ ਨਹੀਂ ਦਿੱਤਾ, ਲਾਜ ਰੱਖ ਲਈ। ਹੰਕਾਰੀ ਸਿੱਧ ਕਹਿੰਦੇ ਸੀ ਵੇਖਿਓ ਜਿਹੜੇ ਗੁਰੂ ਨੂੰ ਤੁਸੀਂ ਆਪਣਾ ਰੱਬ ਕਹਿੰਦੇ ਹੋ ਨਾ, ਨਿਰੰਕਾਰ ਕਹਿੰਦੇ ਹੋ, ਹਰਾ ਦਿਆਂਗੇ, ਫਿਰ ਤੁਹਾਨੂੰ ਸਾਡੇ ਪੈਰ ਬਣਨੇ ਪੈਣੇ। ਉਹਨਾਂ ਲਈ ਤੇ ਮਾਣ ਹੋ ਗਿਆ ਨਾ ਵੀ ਗੁਰੂ ਨਾਨਕ ਸਾਹਿਬ ਨੇ ਸਾਡੀ ਪੱਤ ਰੱਖ ਲਈ, ਸਾਡੀ ਲਾਜ ਰੱਖ ਲਈ। ਇੱਥੋਂ ਅੱਗੇ ਜੋ ਕੁਝ ਹੋਏਗਾ, ਕਿਉਂਕਿ ਪ੍ਰਸੰਗਾਂ ਨੇ ਯੂ ਟਰਨ ਮਾਰਨਾ। ਸੁਮੇਰ ਦੀ ਯਾਤਰਾ ਤੋਂ ਸਤਿਗੁਰਾਂ ਫਿਰ ਅੱਗੇ ਵੀ ਜਾਣਾ। ਜਿਵੇਂ ਜਿਵੇਂ ਖੇਡਾਂ ਵਾਪਰਨਗੀਆਂ ਆਉਣ ਵਾਲੇ ਦਿਨਾਂ 'ਚ ਆਨੰਦ ਮਾਣਾਂਗੇ। ਵਾਹਿਗੁਰੂ 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 ਵਾਹਿਗੁਰੂ।